ਜੀ ਡਾਕਟਰ ਸਾਹਿਬ, ਇਹ ਤਾਂ ਸੀਗਾ ਕਿ ਨਰਵਸ ਸਿਸਟਮ ਦੇ ਜਿਹੜੇ ਤੁਸੀਂ ਫੇਸ਼ੀਅਲ ਪੈਰਾਲਾਈਸਿਸ ਦੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਵੀ ਉਹਦੀ ਪੂਰੀ ਜਾਣਕਾਰੀ ਦਿੱਤੀ ਹੈਗੀ ਹੈ, ਅਤੇ ਹੁਣ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਦੇ ਨਾਲ ਇਹ ਥੋੜ੍ਹੀ ਜਾਣਕਾਰੀ ਦਿਓ ਕਿ ਇਹ ਫੇਸ਼ੀਅਲ ਪੈਰਾਲਾਈਸਿਸ ਜਾਂ ਇਹਦੇ ਨਾਲ ਦੇ ਜਿਹੜੇ ਰੋਗ ਨੇ ਇਹਨਾਂ ਦੇ ਹੱਲ ਕੀ ਨਿਕਲਣਗੇ। ਜੀ ਆਪਾਂ ਜੇ ਇਹਨੂੰ ਥੋੜ੍ਹਾ ਜਿਹਾ ਸਮ ਅਪ ਕਰੀਏ ਕਿ ਜਿਹੜੀਆਂ ਇਨਫੈਕਸ਼ਨਾਂ ਨੇ ਨਰਵਸ ਸਿਸਟਮ ਦੀਆਂ ਉਹ ਕਿਹੜੀਆਂ ਹੈਗੀਆਂ ਨੇ, ਕਿਉਂਕਿ ਜੇ ਆਪਾਂ ਇਕੱਲੀ ਬਿਮਾਰੀ 'ਚ ਉਲਝ ਜਾਵਾਂਗੇ ਫਿਰ ਤਾਂ ਆਪਾਂ ਕਿਸੇ ਸਿਰੇ ਨਹੀਂ ਲੱਗ ਸਕਦੇ, ਕਿਉਂਕਿ ਇਹੀ ਤਾਂ ਮੈਡੀਕਲ ਪ੍ਰੋਫੈਸ਼ਨ ਨੇ ਕੀਤਾ ਹੋਇਆ ਵੀ ਇਕੱਲੀ ਬਿਮਾਰੀ, ਫਿਰ ਉਹਦਾ ਇਕੱਲਾ ਇਲਾਜ, ਫਿਰ ਉਹਦੀ ਇਕੱਲਾ ਹੱਲ। ਉਹ ਮਰੀਜ਼ ਵਿਚਾਰਾ ਸੋਚਦਾ ਵੀ ਮੈਂ ਤਾਂ ਮੇਰੇ ਪੱਲੇ ਕੁਛ ਨਹੀਂ ਪਿਆ, ਅਤੇ ਫਿਰ ਉਹ ਮੱਥਾ ਜਾ ਕੇ ਟੇਕ ਦਿੰਦਾ ਹਸਪਤਾਲ 'ਚ ਡਾਕਟਰ ਨੂੰ ਵੀ ਚੱਲ ਠੀਕ ਹੈ ਸਾਰਾ ਕੁਛ ਤੂੰ ਹੀ ਕਰ ਲੈ। ਉਹਦੇ 'ਚ ਫਿਰ ਉਹਦੇ 'ਚ ਅੱਗੇ ਕਮਰਸ਼ਲਾਈਜੇਸ਼ਨ ਹੈ, ਉਹਦੇ ਅੰਦਰ ਲੁੱਟ ਸੁੱਟ ਹੈ, ਉਹ 'ਚ ਉੱਲਾ ਹੈ ਬਹੁਤ ਜ਼ਿਆਦਾ, ਤਾਂ ਉਹਦੇ 'ਚ ਸਾਰਾ ਕੁਛ ਉਲਝ ਜਾਂਦਾ ਉਹ। ਤਾਂ ਆਪਾਂ ਉਸ ਗਲਤੀ 'ਚ ਨਹੀਂ ਪੈਣਾ, ਕਿਉਂਕਿ ਜੇ ਬਿਮਾਰੀਆਂ ਹਾਲਾਂਕਿ ਬਹੁਤ ਜ਼ਿਆਦਾ ਨੇ ਨਰਵਸ ਸਿਸਟਮ ਦੀਆਂ। ਨਰਵਸ ਸਿਸਟਮ ਦੀਆਂ 30 ਤਾਂ ਇਕੱਲੀਆਂ ਆਟੋਇਮਿਊਨ ਬਿਮਾਰੀਆਂ ਨੇ, ਉਹ 30-35 ਇਨਫੈਕਸ਼ਨ ਵਾਲੀਆਂ ਹੋਣਗੀਆਂ, ਕੋਈ 15-20 ਨਿਊਟ੍ਰੀਸ਼ਨ ਵਾਲੀਆਂ ਹੋਣਗੀਆਂ, ਕੋਈ 15-20 ਡੀਜਨਰੇਸ਼ਨ ਵਾਲੀਆਂ, ਤਾਂ 100 ਬਿਮਾਰੀਆਂ ਬਣ ਜਾਣੀਆਂ। ਤਾਂ ਆਪਾਂ ਉਸ ਉਲਝਣ 'ਚ ਪੈ ਜਾਵਾਂਗੇ ਤਾਂ ਉਹਦੇ 'ਚ ਆਪਾਂ ਕਿਸੇ ਦੇ ਪੱਲੇ ਕੁਛ ਨਹੀਂ ਪੈਣਾ। ਕਿ ਆਪਣਾ ਪਰਪਸ ਜਿਹੜਾ ਆ ਬੀ ਯੂਰ ਓਨ ਡਾਕਟਰ 'ਚ ਆਪਣਾ ਮਕਸਦ ਇਹ ਹੈ ਕਿ ਜਿਹੜੀ ਆਪਾਂ ਨੂੰ ਸਿਹਤ ਦਾ ਇੰਨਾ ਕੁ ਨੌਲੇਜ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਪਤਾ ਹੋਵੇ ਵੀ ਇੱਥੋਂ ਤੱਕ ਮੈਂ ਆਪਣੇ ਆਪ ਕਰ ਸਕਦਾ, ਇੱਥੋਂ ਅੱਗੇ ਮੈਂ ਡਾਕਟਰ ਦੀ ਹੈਲਪ ਲੈਣੀ ਆ। ਬਿਲਕੁਲ ਜਾ ਕੇ ਡਾਕਟਰ ਨੂੰ ਮੱਥਾ ਵੀ ਨਹੀਂ ਟੇਕਣਾ ਸ਼ੁਰੂ 'ਚ ਹੀ ਜਾਂ ਬਿਨਾਂ ਸੋਚੇ ਸਮਝੇ, ਅਤੇ ਨਾ ਇਹ ਕਰਨਾ ਕਿ ਸਾਰਾ ਕੁਛ ਆਪਣੇ ਹੱਥ 'ਚ ਲੈ ਲੈਣਾ। ਜੇ ਮੈਨੂੰ ਲੱਗ ਰਿਹਾ ਵੀ ਮੇਰੇ ਵੱਸੋਂ ਬਾਹਰ ਦੀ ਗੱਲ ਹੈ ਜਾਂ ਇਹ ਗੱਲ ਉਲਝੀ ਲੱਗਦੀ ਹੈ, ਤਾਂ ਫਿਰ ਜਾ ਕੇ ਟੈਸਟ ਕਰਵਾਉਣੇ ਆ, ਉਹਦਾ ਜੋ ਵੀ ਪੂਰਾ ਡਾਇਗਨੋਸਿਸ ਕਰਾਉਣਾ, ਅਤੇ ਫਿਰ ਉਹਦਾ ਜੋ ਵੀ ਇਲਾਜ ਕਰਨਾ ਕਿ ਜਿਹੜੀ ਵੀ ਪੱਥੀ ਦਾ ਕਰਨਾ ਪੂਰਾ ਪਲਾਨ ਢੰਗ ਨਾਲ ਕਰਨਾ, ਤਾਂ ਕਿ ਕੋਈ ਗੱਲ ਮਿਸ ਨਾ ਹੋ ਜਾਏ, ਕੋਈ ਗਲਤੀ ਨਾ ਹੋਵੇ ਅਤੇ ਕੋਈ ਨੁਕਸਾਨ ਨਾ ਹੋਵੇ। ਇਸ ਗੱਲ ਕਰਕੇ ਕਿ ਘੋਲ ਮਾਰ ਗਿਆ ਆਪਾਂ। ਤਾਂ ਆਪਾਂ ਮੋਟੀ ਗੱਲ ਜਿਹੜੀ ਕਰਦੇ ਹਾਂ, ਸਮ ਅਪ ਕਰਦੇ ਹਾਂ ਕਿ ਇਨਫੈਕਸ਼ਨਾਂ ਹੁੰਦੀਆਂ ਕਿਹੜੀਆਂ। ਇੱਕ ਤਾਂ ਆਪਾਂ ਗੱਲ ਕਰ ਲਈ ਸੀ ਫੇਸ਼ੀਅਲ ਪੈਰਾਲਾਈਸਿਸ ਦੀ। ਫੇਸ਼ੀਅਲ ਪੈਰਾਲਾਈਸਿਸ 2 ਤਰ੍ਹਾਂ ਦੀ ਆਪਾਂ ਗੱਲ ਕੀਤੀ ਹੈ। ਇੱਕ ਬੈਲਜ਼ ਪਾਲਸੀ ਹੈ ਜਿਹੜੀ ਆਮ ਵਾਇਰਸਿਸ ਕਰਕੇ ਹੁੰਦੀ ਹੈ, ਉਹਦਾ ਰਿਕਵਰੀ ਰੇਟ ਬਹੁਤ ਜ਼ਿਆਦਾ ਹੈ, ਉਹਦਾ ਰਿਕਵਰੀ ਰੇਟ 95-97% ਹੈਗਾ। ਅਤੇ ਜਿਹੜੀ ਰਾਮਸੇ ਸਿੰਡਰੋਮ ਹੈ, ਜਿਹੜੀ ਆਪਾਂ ਉਹਦੇ ਨਾਲ ਗਾਇਕ ਨਾਲ ਜੋੜ ਕੇ ਗੱਲ ਕੀਤੀ, ਉਹਦਾ ਜਿਹੜਾ ਰਿਕਵਰੀ ਰੇਟ ਘੱਟ ਹੈ। ਉਹ ਬੇਸਿਕਲੀ ਕਾਹਦੇ ਕਰਕੇ, ਉਹ ਹਰਪੀਸ ਜ਼ੋਸਟਰ ਜਾਂ ਚਿਕਨ ਪੌਕਸ ਵਾਇਰਸ ਕਰਕੇ ਹੈ। ਉਹਦੇ ਅੰਦਰ ਫਰਕ ਕੀ ਹੈ ਕਿ ਜਿਹੜਾ ਰਾਮਸੇ ਸਿੰਡਰੋਮ ਹੈ, ਉਹਦੇ ਅੰਦਰ ਪਿਲਕਰੇ ਹੋਣਗੇ ਕੰਨ ਦੇ ਨੇੜੇ, ਹਾਂ ਛਾਲੇ ਜਾਂ ਪਿਲਕਰੇ ਆਪਾਂ ਆਮ ਪੰਜਾਬੀ 'ਚ ਪਿਲਕਰੇ ਕਹਿੰਦੇ, ਪਾਣੀ ਦੇ ਭਰੇ ਹੋਏ, ਅਤੇ ਉਹ ਜਿਹੜੇ ਬੈਲਜ਼ ਪਾਲਸੀ 'ਚ ਨਹੀਂ ਹੋਣਗੇ। ਬੈਲਜ਼ ਪਾਲਸੀ ਅਤੇ ਰਾਮਸੇ ਸਿੰਡਰੋਮ ਵੈਸੇ ਵੀ ਘੱਟ ਕਾਮਨ ਹੈ, ਬਹੁਤ ਜ਼ਿਆਦਾ ਕਾਮਨ ਬੈਲਜ਼ ਪਾਲਸੀ ਹੈ। ਤਾਂ ਇਹ ਹੋਈ ਆਪਣੀ ਉਹਦੇ ਨਾਲ ਜੁੜੀ ਹੋਈ ਇੱਕ ਦੂਜੀ ਬਿਮਾਰੀ ਜਿਹੜੀ ਆਪਾਂ ਗੱਲ ਕਰਤੀ ਸੀਗੀ ਕਿ ਜਿਹੜਾ ਉਹ ਹੈ ਜਨੇਊ ਹੈ, ਜਿਹੜੀ ਹਰਪੀਸ ਜ਼ੋਸਟਰ ਇੱਕ ਹਰਪੀਸ ਸਿੰਪਲੈਕਸ ਹੁੰਦੀ ਹੈ, ਉਹਦੇ ਨਰਵਸ ਸਿਸਟਮ ਦੀ ਇਨਵੋਲਵਮੈਂਟ ਨਹੀਂ ਹੁੰਦੀ। ਹਰਪੀਸ ਸਿੰਪਲੈਕਸ ਜਿਹੜੀ ਉਹ ਬੜੀ ਰੇਅਰ ਹੁੰਦੀ ਹੈ, ਹੋਵੇ ਵੀ ਤਾਂ ਹਰਪੀਸ ਸਿੰਪਲੈਕਸ ਵੀ ਨਰਵਸ ਸਿਸਟਮ ਦਾ ਇਨਫੈਕਸ਼ਨ ਕਰ ਸਕਦੀ। ਪਰ HIV ਪੇਸ਼ੈਂਟ ਦੇ ਅੰਦਰ ਜਾਂ ਬਹੁਤ ਹੀ ਜਿਹੜਾ ਸਟੀਰੋਇਡ ਖਾ ਰਿਹਾ, ਜੇ ਬਿਲਕੁਲ ਹੀ ਇਮਿਊਨਿਟੀ ਜਿਹਦੀ ਥੱਲੇ ਡਾਊਨ ਹੈ, ਹਰਪੀਸ ਸਿੰਪਲੈਕਸ ਜਿਹੜਾ ਉਹ ਆਪਣਾ ਇੱਥੇ ਹੋ ਜਾਂਦਾ ਛਾਲੇ, ਜੋ ਬੁਖਾਰ ਹੁੰਦਾ ਨਾ ਛਾਲੇ ਜਿਹੇ ਨਹੀਂ ਹੋ ਜਾਂਦੇ ਨੱਕ ਦੇ ਆਲੇ ਦੁਆਲੇ, ਉਹਨੂੰ ਕਹਿੰਦੇ ਬੁਖਾਰ ਅੱਗ ਗਿਆ, ਤਾਂ ਉਹ ਹਰਪੀਸ ਸਿੰਪਲੈਕਸ ਹੁੰਦੀ ਹੈ। ਉਹਦੇ 'ਚ ਪੇਨ ਨਹੀਂ ਹੁੰਦੀ। ਇੱਕ ਹਰਪੀਸ ਜ਼ੋਸਟਰ ਹੁੰਦੀ 'ਚ ਪੇਨਫੁਲ ਬਲਿਸਟਰਸ ਹੁੰਦੇ ਆ, ਯਾਨੀ ਕਿ ਉਹਦੇ 'ਚ ਪਿਲਕਰੇ ਹੁੰਦੇ ਆ ਅਤੇ ਦਰਦ ਬਹੁਤ ਹੁੰਦੀ ਹੈ, ਜਿਹਨੂੰ ਕਹਿੰਦੇ ਆ। ਡਾਕਟਰ ਸਾਹਿਬ, ਤੁਸੀਂ ਇਹ ਦੱਸਿਆ ਵੀ ਜਿਹੜਾ ਫੇਸ਼ੀਅਲ ਪੈਰਾਲਾਈਸਿਸ ਹੈ, ਉਹ ਤਾਂ ਤੁਸੀਂ ਦੱਸਿਆ ਵੀ ਇੰਨੇ ਕੁ ਸੁਰਾਖ ਦੇ ਵਿੱਚੋਂ ਨਸ ਨਿਕਲ ਰਹੀ ਹੈ, ਅਤੇ ਜਦੋਂ ਉਹਦੇ 'ਤੇ ਸੋਜਾ ਆ ਜਾਂਦਾ ਤਾਂ ਉਹ ਜਿਹੜਾ ਫੇਸ਼ੀਅਲ ਪੈਰਾਲਾਈਸਿਸ ਹੋ ਜਾਂਦਾ। ਨਰਵ ਇੱਦਾਂ ਇਨਵੋਲਵ ਹੁੰਦੀ ਉਹਦੇ ਵਿੱਚ, ਨਰਵਸ ਸਿਸਟਮ ਇੱਦਾਂ ਇਨਵੋਲਵ ਹੁੰਦਾ। ਅਤੇ ਜਿਹੜਾ ਜਨੇਊ ਹੁੰਦਾ ਇਹਦੇ ਵਿੱਚ ਨਰਵਸ ਸਿਸਟਮ ਕਿੱਦਾਂ ਇਨਵੋਲਵ ਹੁੰਦਾ? ਨਹੀਂ, ਜਨੇਊ ਦੇ ਵਿੱਚ ਤਾਂ ਜਿਹੜੀ ਹੁੰਦੀ ਹੈ, ਜਿਹੜੀ ਚਿਕਨ ਪੌਕਸ, ਜਦੋਂ ਚਿਕਨ ਪੌਕਸ ਬਲੱਡ ਰਾਹੀਂ ਫੈਲੀ ਤਾਂ ਸਾਰੀ ਬਾਡੀ 'ਤੇ ਉਹਦੇ ਪਿਲਕਰੇ ਆਉਣਗੇ। ਉਹਨੂੰ ਆਪਾਂ ਛੋਟੀ ਮਾਤਾ ਕਹਿ ਦਿੰਦੇ ਹਾਂ। ਜਿਵੇਂ ਜਿਹੜੀ ਵੱਡੀ ਮਾਤਾ ਹੋਇਆ ਕਰਦੀ ਸੀ, ਸਮਾਲ ਪੌਕਸ ਸੀਗੀ, ਉਹਦੇ ਪਿਲਕਰੇ ਜ਼ਿਆਦਾ ਹੁੰਦੇ ਸੀ ਮੂੰਹ ਦੇ ਅਤੇ ਹੱਥਾਂ 'ਤੇ। ਜਿਹੜੇ ਛੋਟੀ ਮਾਤਾ ਦੇ ਪਿਲਕਰੇ ਹੁੰਦੇ ਜ਼ਿਆਦਾ ਉਹ ਪੇਟ 'ਤੇ ਜਾਂ ਸੈਂਟਰਲ ਪਾਰਟ 'ਤੇ, ਉਹਨੂੰ ਸੈਂਟਰਲ ਜ਼ਿਆਦਾ ਹੁੰਦੇ ਆ ਉਹਦੇ ਪਿਲਕਰੇ, ਪੈਰੀਫਰਲ ਘੱਟ ਹੁੰਦੇ ਆ। ਜਿਹੜੀ ਸਮਾਲ ਪੌਕਸ ਹੁੰਦੀ ਸੀ ਉਹਦਾ ਉਲਟ ਸੀਗਾ, ਕਿ ਤੁਸੀਂ ਦੇਖਿਆ ਹੋਣਾ ਸਮਾਲ ਪੌਕਸ ਹੁੰਦਾ ਸੀ ਚਿਹਰਾ ਸਾਰਾ ਜਿਹੜਾ ਵਿਗੜ ਜਾਂਦਾ ਸੀਗਾ, ਅਤੇ ਹੱਥਾਂ 'ਤੇ ਜ਼ਿਆਦਾ ਹੁੰਦੇ ਸੀ, ਤਾਂ ਹੀ ਉਹ ਨਿਸ਼ਾਨ ਪੈ ਜਾਂਦੇ ਸੀ, ਕਈਆਂ ਮੂੰਹ 'ਤੇ ਪੈ ਜਾਂਦੇ ਸੀਗੇ। ਅਤੇ ਇਹ ਹੋ ਗਈ ਚਿਕਨ ਪੌਕਸ, ਜੇ ਉਹ ਖੂਨ ਰਾਹੀਂ ਫੈਲ ਰਹੀ ਹੈ ਤਾਂ।
ਜੇ ਉਹ ਕਿਸੇ ਨਰਵ 'ਚ ਲੁਕੀ ਹੋਈ ਸੀ ਪਹਿਲਾਂ, ਇਹ ਦੂਜੀ ਵਾਰੀ ਹੁੰਦਾ ਜਦੋਂ ਉਦੋਂ ਹੁੰਦੀ ਹੈ ਹਰਪੀਸ ਜ਼ੋਸਟਰ। ਪਹਿਲੀ ਵਾਰੀ ਚਿਕਨ ਪੌਕਸ ਹੀ ਹੁੰਦੀ ਹੈ। ਉਹ ਚਿਕਨ ਪੌਕਸ ਦੀ ਵਾਰੀ ਬੋਡੀ 'ਚ ਕਿਤੇ ਨਾ ਕਿਤੇ ਕਿਸੇ ਨਰਵ 'ਚ ਪਈ ਰਹਿ ਜਾਂਦੀ ਹੈ। ਫਿਰ ਕਿਤੇ ਇਮਿਊਨਿਟੀ ਡਾਊਨ ਹੋਈ ਤਾਂ ਉਹ ਉਸੇ ਨਰਵ 'ਚ ਨੂੰ ਇਫੈਕਟ ਕਰਦੀ ਸਿਰਫ ਉਹ। ਪੁਰਾਣੇ ਜ਼ਮਾਨੇ 'ਚ ਛਾਤੀ ਵਾਲੀ ਨਰਵ ਨੂੰ ਜ਼ਿਆਦਾ ਇਫੈਕਟ ਕਰਦੀ ਸੀ, ਤਾਂ ਹੀ ਉਹਨੂੰ ਜਨੇਊ ਕਹਿੰਦੇ ਸੀ ਆਮ ਤੌਰ 'ਤੇ। ਮੈਂ ਤਾਂ ਹੁਣ 50 ਸਾਲ ਤੋਂ ਮੈਡੀਕਲ ਪ੍ਰੋਫੈਸ਼ਨ 'ਚ ਹਾਂ, ਤਾਂ ਮੈਂ ਤਾਂ ਉਹ ਦਿਨ ਵੀ ਦੇਖੇ ਹੋਏ ਆ ਜਿਨ੍ਹਾਂ ਦਿਨਾਂ 'ਚ ਸਿਰਫ ਜਾਂ ਤਾਂ ਜਨੇਊ ਹੁੰਦਾ ਸੀ ਜਾਂ ਇੱਥੇ ਹੁੰਦੀ ਸੀ ਅੱਖ ਵਾਲੀ। ਇਹ ਦੋ ਹੀ ਪਾਰਟ ਦੀ ਹਰਪੀਸ ਜ਼ੋਸਟਰ ਹੋਇਆ ਕਰਦੀ ਸੀ। ਅੱਜ ਹਾਲਤ ਇਹ ਹੋ ਗਈ ਹੈ ਲੋਕਾਂ ਜੀ ਕਿ ਹਰਪੀਸ ਜ਼ੋਸਟਰ ਲੱਤ ਦੀ ਵੀ ਹੋ ਜਾਂਦੀ ਹੈ, ਪੂਰੀ ਦੀ ਪੂਰੀ ਲੱਤ ਦੀ, ਪੂਰੀ ਦੀ ਪੂਰੀ ਬਾਂਹ ਦੀ ਵੀ ਹੋ ਜਾਂਦੀ ਹੈ। ਇਹ ਨਵਾਂ ਫੈਨੋਮੀਨਾ ਆਇਆ ਇੱਕ ਦਾ, ਜਿਹਦਾ ਮਤਲਬ ਹੈ ਕਿ ਪੂਰੀ ਦੀ ਪੂਰੀ ਪਾਪੂਲੇਸ਼ਨ ਦੀ ਇਮਿਊਨਿਟੀ ਰਿਲੇਟਿਵਲੀ ਲੋ ਚਲੀ ਗਈ ਹੈ। ਜਿਹੜੀ ਬਿਮਾਰੀ 50 ਸਾਲ ਪਹਿਲਾਂ ਸਿਰਫ 2 ਨਰਵਸ ਨੂੰ ਅਫੈਕਟ ਕਰਦੀ ਸੀ, ਉਹ 2 ਨਰਵ ਉਹ ਸੀਗੀਆਂ ਜਿਹੜੀਆਂ ਕਿ ਰਿਲੇਟਿਵਲੀ ਘੱਟ ਯੂਜ਼ ਹੁੰਦੀਆਂ ਨੇ, ਮਤਲਬ ਬਹੁਤ ਜ਼ਿਆਦਾ ਹੈਵੀਲੀ ਯੂਜ਼ ਨਹੀਂ ਹੁੰਦੀਆਂ। ਤਾਂ ਉਹ ਇੱਕ ਅੱਖ ਵਾਲੀ ਅਤੇ ਇੱਕ ਚੈਸਟ ਵਾਲੀ। ਅੱਖ ਦੇ ਨਾਲ ਤੁਹਾਨੂੰ ਰੋਸ਼ਨੀ ਵੀ ਚਲੀ ਜਾਂਦੀ ਹੈ ਉਹਦੀ? ਨਹੀਂ, ਅੰਦਰ ਅੱਖ ਦੇ ਅੰਦਰ ਆਮ ਤੌਰ 'ਤੇ ਅਸਰ ਨਹੀਂ ਸੀ ਕਰਦੀ ਹੁੰਦੀ, ਉਹ ਅੱਖ ਦੇ ਬਾਹਰ ਹੀ ਅਸਰ ਕਰਦੀ ਸੀ। ਅੰਦਰ ਤਾਂ ਜਿਹੜਾ ਜ਼ਿਆਦਾ ਅੰਦਰਲੀ ਅੱਖ ਨੂੰ ਬਹੁਤ ਪ੍ਰੋਟੈਕਟ ਕੀਤਾ ਹੋਇਆ ਨੇਚਰ ਨੇ, ਉਹ ਜਲਦੀ ਅੰਦਰਲੀ ਅੱਖ ਨੂੰ ਇਫੈਕਟ ਨਹੀਂ ਹੋਣ ਦਿੰਦੀ। ਫਿਰ ਵੀ ਵਿਰਲੇ 'ਚ ਹੋ ਜਾਂਦੀ ਸੀਗੀ, ਲੇਕਿਨ ਆਮ ਨਹੀਂ। ਆਮ ਉਹ ਬਾਹਰ ਹੋ ਕੇ ਬਸ 5-7-10 ਦਿਨਾਂ 'ਚ ਸੁੱਕ ਜਾਂਦੇ ਸੀ ਛਾਲੇ ਜੇ, ਪਰ ਦਰਦ ਬੜਾ ਲੰਬਾ ਸਮਾਂ ਰਹਿੰਦੀ ਸੀ। ਇਹਨੂੰ ਪੋਸਟ ਹੈਪੇਟਿਕ ਪੇਨ ਕਹਿੰਦੇ ਆ, ਕਿ ਛਾਲੇ ਛੁਲੇ ਅੜ ਜਾਂਦੇ ਆ, ਸਭ ਕੁਝ ਅੜ ਜਾਂਦਾ, ਲੇਕਿਨ ਦਰਦ ਨਹੀਂ ਜਾਂਦੀ। ਦਰਦ ਦੀ ਸਾਲਾਂ ਬੱਧੀ ਰਹੀ ਜਾਂਦੀ ਹੈ, ਸਾਲਾਂ ਬੱਧੀ ਚੱਲੀ ਜਾਂਦੀ ਹੈ। ਤਾਂ ਉਹਦੇ ਲਈ ਬੜੇ ਖੇਖਣ ਕਰਨੇ ਪੈਂਦੇ ਆ, ਬੜੀਆਂ ਸਖਤ ਦਵਾਈਆਂ ਖਵਾਉਂਦੇ ਆ ਜਿਹੜੇ ਐਲੋਪੈਥਿਕ ਸਿਸਟਮ 'ਚ, ਅਤੇ ਕੋਈ ਬਹੁਤਾ ਹੱਲ ਉਹਦਾ ਕਾਰਗਰ ਬਹੁਤਾ ਵਧੀਆ ਹੈ ਨਹੀਂ ਗਾ। ਅਤੇ ਦਰਦ ਤੋਂ ਬੜਾ ਪਰੇਸ਼ਾਨ ਰਹਿੰਦਾ ਬੰਦਾ। ਉਹਦੇ 'ਚ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਦਰਦ ਹੁੰਦੀ ਹੈ, ਕਈਆਂ ਨੂੰ ਹਲਕੀ ਦਰਦ ਰਹਿੰਦੀ ਹੈ। ਤਾਂ ਉਹ ਇਹ ਹੈਗੀ ਹਰਪੀਸ ਜ਼ੋਸਟਰ, ਇਹ ਵੀ ਇੱਕ ਨਰਵਸ ਸਿਸਟਮ ਦੀ ਇਨਫੈਕਸ਼ਨ ਹੈ। ਉਹਦਾ ਤੁਸੀਂ ਸਵਾਲ ਪੁੱਛਿਆ ਸੀ ਕਿ ਫ਼ਰਕ ਕੀ ਹੈ? ਫ਼ਰਕ ਇਹ ਹੈ ਵੀ ਉਹ ਨਰਵ 'ਚ ਲੁਕੀ ਹੁੰਦੀ ਹੈ ਵਾਇਰਸ, ਅਤੇ ਉਸੇ ਨਰਵ 'ਚ ਜਦੋਂ ਇਮਿਊਨਿਟੀ ਡਾਊਨ ਹੋਈ ਤਾਂ ਫਿਰ ਦੁਬਾਰਾ ਮਲਟੀਪਲਾਈ ਕਰਨੀ ਸ਼ੁਰੂ ਕਰ ਦਿੰਦੀ ਹੈ, ਅਤੇ ਉਸੇ ਨਰਵ ਨੂੰ ਇਫੈਕਟ ਕਰਦੀ ਹੈ। ਉਹ ਆਪਾਂ ਨਰਵ ਦੀ ਗੱਲ ਕਰ ਲਈ ਕਿ ਉਹ ਹੁਣ ਪੂਰੀ ਬਾਂਹ 'ਚ ਵੀ ਹੋ ਸਕਦੀ ਹੈ, ਇੱਕ ਪੂਰੀ ਲੱਤ 'ਚ ਵੀ ਹੋ ਸਕਦੀ ਹੈ, ਕਿਸੇ ਵੀ ਨਰਵ 'ਚ ਹੋ ਸਕਦੀ ਹੈ। ਜਿਹੜੀ ਨਰਵ 'ਚ ਪਈ ਹੋਊਗੀ ਉਸੇ ਨੂੰ ਪੂਰੀ ਤਰ੍ਹਾਂ ਇਫੈਕਟ ਕਰ ਦਿੰਦੀ ਹੈ। ਸੋ ਇਹ ਹੋ ਗਈ ਹਰਪੀਸ ਜ਼ੋਸਟਰ। ਕੋਈ ਟੈਸਟ ਹੁੰਦਾ ਵੀ ਜਿਹੜਾ ਪਤਾ ਲੱਗ ਸਕੇ ਵੀ ਇਹ ਕਿਤੇ ਵਾਇਰਸ ਅੰਦਰ ਰਹਿ ਤਾਂ ਨਹੀਂ ਗਿਆ ਇਹ ਵਾਲਾ? ਟੈਸਟ ਹੁੰਦੇ ਆ, ਟੈਸਟ ਹੈਗੇ, ਰੇਅਰ ਜੇ ਟੈਸਟ ਹੈਗੇ, ਪਰ ਕਰਦਾ ਕੋਈ ਨਹੀਂ ਹੈ, ਨਾ ਇਹਨੂੰ ਕਰਾਉਣ ਦੀ ਲੋੜ ਹੈ ਕੋਈ ਬਹੁਤੀ। ਕਿਉਂਕਿ ਜਿਹੜੇ ਬੰਦਿਆਂ ਨੂੰ ਜਨੇਊ ਹੋਇਆ ਅਤੇ ਜਿਹੜੇ ਬੰਦਿਆਂ ਨੂੰ ਮਾਤਾ ਦੀ ਪ੍ਰੋਬਲਮ ਆਈ, ਚਿਕਨ ਪੌਕਸ ਹੋਇਆ, ਉਹ ਬੰਦੇ ਨੂੰ ਠੀਕ ਹੋ ਗਿਆ, ਪਰ ਉਸ ਤੋਂ ਬਾਅਦ ਉਹਨੂੰ ਚੈੱਕ ਕਰਾ ਲੈਣਾ ਚਾਹੀਦਾ, ਮਤਲਬ ਮੈਡੀਕਲ ਰਿਵਾਈਜ਼ ਦੇ ਉਹ ਤਾਂ ਕਿਸੇ ਨੂੰ ਹੁੰਦਾ। ਚਿਕਨ ਪੌਕਸ ਤਾਂ ਬਹੁਤ ਕਾਮਨ ਹੈ, ਹਰਪੀਸ ਜ਼ੋਸਟਰ ਬਹੁਤ ਘੱਟ ਹੈ। ਚੈੱਕ ਕਰਵਾ ਲੈਣਾ ਚਾਹੀਦਾ। ਨਹੀਂ, ਲੋੜ ਕੀ ਹੈ ਉਹਦੀ? ਐਵੇਂ ਪੈਸੇ ਖਰਚਣੇ ਕਰਾ ਕੇ ਤੁਸੀਂ ਕੀ ਕਰ ਲਓਗੇ? ਤੁਸੀਂ ਕੁਛ ਕਰ ਤਾਂ ਸਕਦੇ ਨਹੀਂ। ਕਰਨਾ ਤਾਂ ਕੁਛ ਵੀ ਨਹੀਂ ਹੋ ਸਕਦਾ। ਫਿਰ ਕਰਨਾ ਤਾਂ ਇਹੀ ਕਿ ਉਹ ਕਰਨ ਦੀ ਗੱਲ ਆਪਾਂ ਸਾਰੀ ਗੱਲ ਕਰਦੇ ਹਾਂ, ਸਾਰੀਆਂ ਇਨਫੈਕਸ਼ਨਾਂ ਦੀ ਗੱਲ ਸਾਂਝੀ ਕਰਦੇ ਹਾਂ ਵੀ ਕਰਨਾ ਕੀ ਆਪਾਂ ਨੇ। ਉੱਥੇ ਆ ਕੇ ਸਿੰਪਲ ਹੋ ਜਾਏਗੀ ਗੱਲ ਕਿ ਕਰਨ ਵਾਲੀਆਂ ਗੱਲਾਂ ਉਹੀ 5-7-10 ਨੇ। ਜੇ ਉਹ ਕਰ ਲਈਏ ਆਪਾਂ ਤਾਂ ਜਿਵੇਂ ਬੋਡੀ ਦੀਆਂ ਬਾਕੀ ਇਨਫੈਕਸ਼ਨਾਂ ਤੁਹਾਨੂੰ ਤੰਗ ਨਹੀਂ ਕਰਨਗੀਆਂ, ਇੱਦਾਂ ਹੀ ਨਰਵਸ ਸਿਸਟਮ ਇਨਫੈਕਸ਼ਨਾਂ ਵੀ ਤੰਗ ਨਹੀਂ ਕਰਨਗੀਆਂ। ਤਾਂ ਪਹਿਲਾਂ ਆਪਾਂ ਜਿਹੜੀਆਂ 5-7 ਹੋਰ ਨਰਵਸ ਸਿਸਟਮ ਦੀਆਂ ਇਨਫੈਕਸ਼ਨ ਨੇ ਉਹ ਗਿਣ ਲਈਏ। ਉਹ 'ਚ ਮੈਨਿੰਜਾਈਟਿਸ ਐਨਕੈਫੇਲਾਈਟਿਸ ਦੀ ਗੱਲ ਕੀਤੀ ਆਪਾਂ ਨੇ ਕਿ ਜੇ ਬ੍ਰੇਨ ਅਤੇ ਨਰਵਸ ਸਿਸਟਮ ਦੀ ਕਵਰਿੰਗ ਦੀ ਇਨਫੈਕਸ਼ਨ ਹੋ ਜਾਏ ਤਾਂ ਉਹਨੂੰ ਮੈਨਿੰਜਾਈਟਿਸ ਕਹਿ ਦਿੰਦੇ ਆ, ਅਤੇ ਜੇ ਅੰਦਰ ਹੋ ਜਾਏ ਤਾਂ ਐਨਕੈਫੇਲਾਈਟਿਸ ਕਹਿ ਦਿੰਦੇ ਆ। ਜੇ ਬ੍ਰੇਨ ਦੀ ਹੋ ਗਈ ਤਾਂ ਐਨਕੈਫੇਲਾਈਟਿਸ ਹੈ, ਜੇ ਸਪਾਈਨਲ ਕਾਰਡ ਦੀ ਹੋ ਗਈ ਤਾਂ ਉਹਦੇ ਕੀ ਹੈ ਉਹ ਮਾਈਲਾਈਟਿਸ। ਸੋ ਮਾਈਲਾਈਟਿਸ ਅਤੇ ਐਨਕੈਫੇਲਾਈਟਿਸ ਨਰਵਸ ਸਿਸਟਮ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ, ਅਤੇ ਮੈਨਿੰਜਾਈਟਿਸ ਜਿਹੜੀ ਹੈ ਉਹ ਉਹਦੀ ਕਵਰਿੰਗ ਦੀ ਹੈ। ਇਸ ਤਰ੍ਹਾਂ ਜਿਹੜੀਆਂ ਰੇਅਰ ਦੀਆਂ ਬਿਮਾਰੀਆਂ ਨੇ, ਜੈਪਨੀਜ਼ ਐਨਕੈਫੇਲਾਈਟਿਸ ਹੈ ਫਾਰ ਐਗਜ਼ਾਮਪਲ, ਮੋਸਕੀਟੋ ਰਾਹੀਂ ਹੁੰਦੀ ਹੈ, ਇਹ ਵੀ ਵਾਇਰਲ ਇਨਫੈਕਸ਼ਨ ਹੈ, ਬੜੀ ਕਾਮਨ ਹੈ, ਬੜੀ ਐਪੀਡੈਮਿਕ ਫਾਰਮ 'ਚ ਫੈਲਦੀ ਹੈ। ਹੁਣ ਆ ਰਿਹਾ ਨਾ ਮੌਸਮ, ਜੈਪਨੀਜ਼ ਐਨਕੈਫੇਲਾਈਟਿਸ ਆਪਣੇ ਇੱਥੇ ਇੱਧਰ ਘੱਟ ਫੈਲਦੀ ਹੈ, ਲੇਕਿਨ ਬਿਹਾਰ ਬੂਰ ਤੁਸੀਂ ਦੇਖਿਆ ਹੋਣਾ ਹਰ ਸਾਲ ਹੀ ਲਗਭਗ ਕਾਫੀ ਕੇਸਿਸ ਹੁੰਦੇ ਆ ਜੈਪਨੀਜ਼ ਐਨਕੈਫੇਲਾਈਟਿਸ ਦੇ, ਕਿਉਂਕਿ ਇਮਿਊਨਿਟੀ ਘੱਟ ਹੈ ਉਹਨਾਂ ਦੀ। ਫਿਰ ਵੈਸਟ ਨਾਈਲ ਹੈ, ਵੈਸਟ ਨਾਈਲ ਇੱਧਰ ਘੱਟ ਹੁੰਦੀ ਹੈ, ਟਿਕ ਬੋਰਨ ਹੈ, HIV ਹੈ, ਮੀਜ਼ਲਸ, ਖਸਰੇ ਨਾਲ ਵਾਲੇ ਬੱਚਿਆਂ ਨੂੰ ਵੀ ਕਿਸੇ ਨੂੰ ਐਨਕੈਫੇਲਾਈਟਿਸ ਹੋ ਜਾਂਦੀ ਹੈ। ਵੈਸੇ ਤਾਂ ਖਸਰਾ ਇਕੱਲੀ ਸਕਿਨ ਤੱਕ ਹੀ ਸੀਮਿਤ ਰਹਿੰਦਾ ਬਹੁਤੀ ਵਾਰੀ, ਜਾਂ ਰੈਸਪੀਰੇਟਰੀ ਸਿਸਟਮ ਤੱਕ ਸੀਮਿਤ ਰਹਿੰਦਾ, ਲੇਕਿਨ ਵਿਰਲਾ ਬੱਚਾ ਜਿਹਦੀ ਇਨਫੈਕਸ਼ਨ ਇਮਿਊਨਿਟੀ ਘੱਟ ਹੁੰਦੀ ਹੈ ਉਹਦੇ 'ਚ ਹੋ ਜਾਂਦੀ। ਮੰਪਸ ਜਿਹੜੇ ਕੰਨ ਪੇੜੇ ਆ ਉਹਨਾਂ ਦੀ ਇਨਫੈਕਸ਼ਨ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਚਿਕਨ ਪੌਕਸ, ਜਦੋਂ ਚਿਕਨ ਪੌਕਸ ਹੋ ਜਾਂਦੀ ਉਦੋਂ ਵੀ ਐਨਕੈਫੇਲਾਈਟਿਸ ਹੋ ਜਾਂਦੀ ਕਈ ਵਾਰੀ। ਤਾਂ ਇਹ ਮੋਟੇ ਇਨਫੈਕਸ਼ਨਾਂ ਨੇ ਜਿਹੜੀਆਂ ਨਰਵਸ ਸਿਸਟਮ ਦੀਆਂ ਹੈਗੀਆਂ ਨੇ। ਮੈਂ ਸਮਝਦਾ ਪਰ ਇਹਨਾਂ ਦਾ ਜਿਹੜਾ ਇਲਾਜ ਹੁੰਦਾ ਉਹ ਤਕਰੀਬਨ ਕਾਫੀ ਸਾਂਝੀਆਂ ਗੱਲਾਂ ਨੇ, ਉੱਥੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਆਪਾਂ ਨੂੰ। ਇਹਨਾਂ ਦਾ ਇਲਾਜ ਜਿਹੜਾ ਉਹ ਸਾਂਝੀਆਂ ਜਿਹੜੀਆਂ ਉਹਦੇ 'ਤੇ ਫੋਕਸ ਕਰਨਾ ਚਾਹੀਦਾ। ਪਰ ਮੈਂ ਇਸ ਤੋਂ ਇਲਾਜ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਦੇ ਦਿੰਦਾ ਕਿ ਇਹ ਪ੍ਰੋਗਰਾਮ ਜਿਹੜਾ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ ਸਿਰਫ ਜਾਣਕਾਰੀ ਲਈ ਹੈ, ਅਤੇ ਜੇਕਰ ਤੁਸੀਂ ਜਾਣਕਾਰੀ ਲੈ ਕੇ
ਤੁਸੀਂ ਆਪਣੇ ਆਪ ਜਿਹੜੇ ਆ ਕਿਸੇ ਐਕਸਪਰਟ ਨੂੰ ਮਿਲ ਕੇ ਜਾਂ ਆਪਣੇ ਆਪ ਤੁਸੀਂ ਠੀਕ ਹੋ ਜਾਂਦੇ ਹੋ ਤਾਂ ਹੀ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਹੈ। ਸੋ ਡਾਕਟਰ ਸਾਹਿਬ ਤੁਸੀਂ ਇਲਾਜ ਦੀ ਗੱਲ ਦੱਸੀ ਹੈ, ਇਲਾਜ ਦੇ ਵਿੱਚ ਹਰ ਕੋਈ ਇਹ ਚਾਹੇਗਾ ਕਿ ਜਿਹੜੀਆਂ ਮਹਿੰਗੀਆਂ ਦਵਾਈਆਂ, ਕੈਮੀਕਲ ਰੂਪੀ ਦਵਾਈਆਂ, ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਅਤੇ ਜਿਹੜਾ ਉਹਨਾਂ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਉਹ ਵੀ ਜਿਹੜਾ ਉਸ ਤੋਂ ਬਚਿਆ ਜਾਵੇ। ਕੋਈ ਇਹੋ ਜਿਹਾ ਇਲਾਜ ਜਿਹੜਾ ਕਿ ਬੰਦਾ ਤੁਸੀਂ ਤਾਂ ਹਮੇਸ਼ਾ ਗੱਲ ਕਰਦੇ ਹੋ ਵੀ ਜੜੀਆਂ ਬੂਟੀਆਂ ਦੀ, ਕਾੜਿਆਂ ਦੀ, ਮਿਲਟਸ ਦੀ, ਕੋਈ ਇਹਨਾਂ ਦੇ ਵਿੱਚ ਕੁਛ ਹੈ? ਬਿਲਕੁਲ, ਜਿੱਦਾਂ ਆਪਾਂ ਸ਼ੁਰੂ 'ਚ ਕੀਤੀ ਸੀ ਗੱਲ ਕਿ ਜਿਹੜੀ ਇਨਫੈਕਸ਼ਨਾਂ ਨੇ ਇਹ ਨੈਚੁਰਲ ਨੇ। ਇਨਫੈਕਸ਼ਨ ਕੋਈ ਬਾਹਰੀ ਚੀਜ਼ ਨਹੀਂ ਹੈ। ਜਿਹੜੇ ਸੂਖਸ਼ਮ ਜੀਵ ਨੇ, ਮਾਈਕਰੋਬ ਨੇ, ਸਾਡੀ ਬਾਡੀ ਦਾ ਵੀ ਪਾਰਟ ਨੇ, ਸਾਡੀ ਹਵਾ ਦਾ, ਪਾਣੀ ਦਾ, ਮਿੱਟੀ ਦਾ, ਸਭ ਪਾਸੇ ਸਾਡੇ ਵਾਸਤੇ ਅਸੀਂ ਚਾਰ ਚੁਫੇਰਿਓਂ ਮਾਈਕਰੋਬ ਨਾਲ ਕਰੇ ਹੋਏ ਔਰ ਮਾਈਕਰੋਬ ਸਾਡੇ ਦੋਸਤ ਨੇ ਬਾਈ ਐਂਡ ਲਾਰਜ। ਉਹ ਸਾਡੇ ਦੋਸਤ ਨੇ, ਸਾਡੇ ਬ੍ਰਹਮਾ ਵਿਸ਼ਨੂੰ ਮੇਸ਼ ਨੇ। ਔਰ ਮੇਸ਼ ਵਾਲੇ ਰੋਲ 'ਚ ਜਿਹੜੀ ਉਹ ਬਿਮਾਰੀ ਆਉਂਦੀ ਹੈ, ਉਹ ਬਿਮਾਰੀ ਵੀ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਬਿਮਾਰੀ ਵੀ ਕਿਤੇ ਨਾ ਕਿਤੇ ਨੇਚਰ ਇਨਵਾਈਟ ਕਰਦੀ ਹੈ ਬਿਮਾਰੀ ਨੂੰ, ਤਾਂ ਕਿ ਹਲਕੇ ਫੁਲਕੇ ਸਿੰਪਟਮ ਕਰਕੇ ਉਹ ਸਾਡੀ ਇਮਿਊਨਿਟੀ ਨੂੰ ਫਿਰ ਉੱਪਰ ਚੱਕ ਦੇਵੇ, ਤਾਂ ਕਿ ਕੱਲ੍ਹ ਨੂੰ ਅਸੀਂ ਉਹਦੇ ਨਾਲ ਮਰਨ ਦੀ ਸੰਭਾਵਨਾ ਸਾਡੀ ਖਤਮ ਹੋ ਜਾਵੇ ਜਾਂ ਘਟ ਜਾਵੇ। ਕੁਦਰਤ ਬਿਮਾਰੀ ਦੇ ਕੇ ਵੀ ਸਾਨੂੰ ਬਚਾ ਰਹੀ ਹੁੰਦੀ ਹੈ, ਅਸੀਂ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਆਪਾਂ ਹੁਣ ਕਰਨਾ ਕੀ ਹੈ, ਸਾਡਾ ਰੋਲ ਕੀ ਹੈ? ਸਾਡਾ ਰੋਲ ਇਹ ਹੈ ਕਿ ਅਸੀਂ ਆਪਣੀ ਬਾਡੀ ਦੀ ਫਿਜ਼ੀਓਲੋਜੀ ਦਾ ਮਤਲਬ ਹੈ ਬਾਡੀ ਦੀ ਫੰਕਸ਼ਨਿੰਗ, ਜਿਵੇਂ ਕਿ ਸਾਡਾ ਸਰੀਰ ਜਿਵੇਂ ਕੰਮ ਕਰਦਾ ਹੈ, ਉਹਦੀ ਮਸ਼ੀਨਰੀ ਨੂੰ ਇੰਨਾ ਜ਼ਿਆਦਾ ਅਪ ਟੂ ਡੇਟ ਰੱਖੀਏ, ਇੰਨਾ ਜ਼ਿਆਦਾ ਸਟਰੋਂਗ ਰੱਖੀਏ, ਇੰਨਾ ਮਜ਼ਬੂਤ ਰੱਖੀਏ, ਇੰਨਾ ਪ੍ਰਚੰਡ ਰੱਖੀਏ ਕਿ ਸਾਡੀ ਇਮਿਊਨਿਟੀ ਲੋ ਜਾਵੇ ਹੀ ਨਾ। ਜੇ ਸਾਡੀ ਇਮਿਊਨਿਟੀ ਨੂੰ ਕੋਈ ਲੋੜ ਪਵੇ ਵਾਇਰਸ ਦੀ, ਤਾਂ ਉਹਦੀ ਇਨਫੈਕਸ਼ਨ ਆਵੇ ਵੀ ਸਾਨੂੰ ਹੈਲਪ ਕਰਨ ਵਾਸਤੇ, ਉਹ ਇੰਨੀ ਮਾਈਲਡ ਹੋਵੇ ਕਿ ਸਾਡਾ ਕੁਝ ਵੀ ਵਿਗਾੜ ਨਾ ਸਕੇ ਜਾਂ 2-4 ਦਿਨਾਂ 'ਚ ਆਸੇ-ਪਾਸੇ ਹੋ ਜਾਵੇ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਲਗਭਗ ਕਾਮਨ ਨੇ। ਉਹ 5-7-10 ਗੱਲਾਂ ਨੇ। ਉਹ ਕੁਛ ਤਾਂ ਖੇਤੀ ਨਾਲ ਜੁੜੀਆਂ ਹੋਈਆਂ ਨੇ, ਖੇਤੀ ਨਾਲ ਜੋੜਨੀਆਂ ਇਸ ਕਰਕੇ ਦੇਖਣੀ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਅਲਟੀਮੇਟਲੀ ਸਾਡੀ ਇਮਿਊਨਿਟੀ ਜਿਹੜੀ ਆ ਸੋ ਸਾਡੇ ਫੂਡ ਨਾਲ ਜੁੜੀ ਹੋਈ ਹੈ, ਅਤੇ ਫੂਡ ਜਿਹੜਾ ਖੇਤੀ ਨਾਲ ਜੁੜਿਆ ਹੋਇਆ, ਖੇਤੀ ਤੋਂ ਵੀ ਜ਼ਿਆਦਾ ਜ਼ਰੂਰੀ ਹਵਾ ਨਾਲ ਜੁੜਿਆ ਹੋਇਆ, ਉਸ ਤੋਂ ਬਾਅਦ ਪਾਣੀ ਨਾਲ ਜੁੜਿਆ ਹੋਇਆ। ਤਾਂ ਅੱਜ ਜਿਹੜੀ ਸਾਡੇ ਹਾਹਾਕਾਰ ਮੱਚੀ ਪਈ ਹੈ ਪੰਜਾਬ ਦੇ ਅੰਦਰ, ਪਿਛਲੇ ਤੁਸੀਂ ਦੇਖੋ ਅਖਬਾਰਾਂ ਭਰੀਆਂ ਪਈਆਂ ਸਾਰੀਆਂ ਪਾਣੀ ਦੀ ਦੁਰਦਸ਼ਾ ਨਾਲ ਅਤੇ ਹਵਾ ਦੀ ਦੁਰਦਸ਼ਾ ਨਾਲ। ਉਹ ਆਪਣੀ ਥਾਂ 'ਤੇ ਸਮੱਸਿਆਵਾਂ ਨੇ, ਉਹ ਵੀ ਸਾਨੂੰ ਉਹਦੇ ਲਈ ਲੜਾਈ ਲੜਨੀ, ਉਹਦੇ ਲਈ ਯਤਨਸ਼ੀਲ ਹੋਣਾ, ਉਹਦੇ ਲਈ ਬਦਲ ਕੱਢਣੇ ਬਹੁਤ ਜ਼ਰੂਰੀ ਨੇ ਕਿ ਹਵਾ ਸਾਡੀ ਸਾਫ਼ ਸੁਥਰੀ ਹੋਵੇ, ਜਿਹਦੇ ਨਾਲ ਸਾਡੀ ਇਮਿਊਨਿਟੀ ਬਹੁਤ ਵਧੀਆ ਰਹੂਗੀ। ਪਾਣੀ ਸਾਡਾ ਵਧੀਆ ਹੋਵੇ, ਪੀਣ ਵਾਲਾ ਵੀ, ਨਹਾਉਣ ਵਾਲਾ ਵੀ, ਬਾਕੀ ਕੰਮ ਕਰਨ ਵਾਲਾ ਵੀ ਸ਼ੁੱਧ ਹੋਵੇ, ਉਹਦੇ ਨਾਲ ਇਮਿਊਨਿਟੀ ਵਧੀਆ ਰਹੂਗੀ। ਸਾਡੀ ਖੇਤੀ ਜਿਹੜੀ ਹੈ ਉਹ ਕੈਮੀਕਲ ਮੁਕਤ ਹੋਵੇ ਕਿ ਰਸਾਇਣ ਜਿਹੜੇ ਖਤਰਨਾਕ ਰਸਾਇਣ ਨੇ, ਚਾਹੇ ਉਹ ਖਾਦਾਂ ਦੀ ਸ਼ਕਲ 'ਚ ਨੇ, ਚਾਹੇ ਉਹ ਕੀਟਨਾਸ਼ਕਾਂ ਦੀ ਸ਼ਕਲ 'ਚ ਨੇ, ਚਾਹੇ ਉਹ ਨਦੀਨ ਨਾਸ਼ਕਾਂ ਦੀ ਸ਼ਕਲ 'ਚ ਨੇ, ਉਹਨਾਂ ਦੀ ਵਰਤੋਂ ਜਿਹੜੀ ਆ ਉਹ ਜਿਹੜੇ ਸਾਡੇ ਸਮਾਜ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਖੁੱਭ ਗਿਆ ਸਮਾਜ। ਤੁਸੀਂ ਦੇਖਿਆ ਹੋਣਾ ਸਰਕਾਰ ਨੇ ਮੂੰਗੀ ਲਵਾਉਣ ਨੂੰ ਕਿਹਾ, ਮੂੰਗੀ ਲਾਤੀ, ਅਤੇ ਮੂੰਗੀ ਨੂੰ ਵੱਢਣ ਲਈ, ਕਿਉਂਕਿ ਮੂੰਗੀ ਹੁਣ ਹੱਥ ਨਾਲ ਵੱਢਣੀ ਪੈਂਦੀ ਹੈ। ਮੂੰਗੀ ਦਾ ਜਿਹੜਾ ਗੁਣ ਧਰਮ ਹੈ ਕਿ ਉਹਦੇ ਅੰਦਰ ਫਲੀਆਂ ਕਿਸ਼ਤਾਂ 'ਚ ਸੁੱਕਦੀਆਂ ਨੇ, ਸਾਰੀਆਂ ਇਕੱਠੀਆਂ ਨਹੀਂ ਸੁੱਕਦੀਆਂ। ਵੀ ਸੁੱਕੀਆਂ ਫਲੀਆਂ ਨੂੰ ਤੋੜ ਲਓ, ਫਿਰ 5-7 ਦਿਨਾਂ ਬਾਅਦ ਫਿਰ ਤੋੜ ਲਓ, ਜਿਵੇਂ ਨਰਮਾ ਚੁਗਦੇ ਆ, ਨਰਮਾ ਪਾਈ ਚੁਗਦੇ ਆ ਨਾ, ਵੀ ਜਿਹੜੇ ਟਿੰਡੇ ਖਿੜ ਗਏ ਉਹ ਚੁਗ ਲਓ, ਫਿਰ ਹਫ਼ਤੇ ਕੇ ਬਾਅਦ ਫਿਰ ਉੱਥੇ ਗੇੜਾ ਲਾਓ, ਫਿਰ ਚੁਗ ਲਓ। ਇਹਦਾ ਹੀ ਮੂੰਗੀ ਦੀ ਪ੍ਰੋਬਲਮ ਹੈ ਕਿ ਸੁੱਕੀਆਂ ਫਲੀਆਂ ਤੋੜ ਕੇ ਝੋਲੀ 'ਚ ਪਾਓ ਅਤੇ ਉਹਨੂੰ ਜਾ ਕੇ ਘਰ ਜਾ ਕੇ ਮੂੰਗੀ ਬਣਾ ਲਓ ਉਹਦੀ। ਇਹਨੂੰ ਉਸ ਚੀਜ਼ ਤੋਂ ਬਚਣ ਵਾਸਤੇ ਅਤੇ ਕੰਬਾਈਨ ਨਾਲ ਮੂੰਗੀ ਵੱਢਣ ਵਾਸਤੇ ਉਹਦੇ ਉੱਪਰ ਜਾ ਕੇ ਰਾਊਂਡ ਅਪ ਵਰਗਾ ਜਾਂ ਰਾਊਂਡ ਅਪ ਛਿੜਕਤਾ, ਕਿਉਂਕਿ ਰਾਊਂਡ ਅਪ ਕੀ ਹੁੰਦਾ ਕਿ ਉਹ ਬੂਟੇ ਨੂੰ ਮਾਰ ਦਿੰਦਾ, ਸੁਕਾ ਦਿੰਦਾ। ਸੋ ਸਾਰੀ ਦੀ ਸਾਰੀ ਮੂੰਗੀ ਜਿਹੜੀ ਆ ਇਹ ਹੁਣ ਕੋਈ ਨਵੀਂ ਗੱਲ ਨਹੀਂ ਹੈ। ਇਹ ਅਮਰੀਕਾ ਦੇ ਅੰਦਰ ਸੋਇਆਬੀਨ 'ਚ ਯੂਜ਼ ਕਰਦੇ ਆ। ਇਹ ਸੋਇਆਬੀਨ ਦੇ ਅੰਦਰ ਜਦੋਂ ਸੋਇਆਬੀਨ ਨੂੰ ਅਮਰੀਕਾ 'ਚ ਜਿਹੜਾ ਜੈਨੇਟਿਕਲੀ ਮੋਡੀਫਾਈਡ ਸੋਇਆ ਉਹਨੂੰ ਇਹ ਜਹਾਜ਼ਾਂ 'ਤੇ ਚੜ੍ਹ ਕੇ ਬੀਜ ਦਿੰਦੇ ਆ, ਵੱਡੀਆਂ ਮਸ਼ੀਨਾਂ ਨਾਲ ਬੀਜ ਦਿੰਦੇ ਆ, ਬਸ ਫਿਰ ਮੁੜ ਕੇ ਉਹਨੂੰ ਕੱਟਦੇ ਆ, ਅਤੇ ਕੱਟਣ ਤੋਂ ਪਹਿਲਾਂ ਉਹਦੇ ਉੱਪਰ ਸਪਰੇਅ ਕਰ ਦਿੰਦੇ ਆ। ਉਹ ਸਪਰੇਅ ਕਰਨ ਨਾਲ ਕੀ ਹੁੰਦਾ ਕਿ ਸਾਰੀ ਫਸਲ ਸੁੱਕ ਜਾਂਦੀ ਹੈ, ਅਤੇ ਫਿਰ ਉਹਨੂੰ ਕੰਬਾਈਨਾਂ ਨਾਲ ਵੱਢ ਦਿੰਦੇ ਆ। ਹੁਣ ਜੇ ਉਹ ਨੈਚੁਰਲੀ ਕਰਨੀ ਹੋਵੇ ਤਾਂ ਫਿਰ ਉਹਨੂੰ ਪਹਿਲਾਂ ਵੱਢ ਕੇ ਰੱਖਣਾ ਪਊਗਾ ਧੁੱਪ ਅੱਗੇ। ਪੁਰਾਣੇ ਜ਼ਮਾਨੇ 'ਚ ਐਂ ਕਰਦੇ ਹੁੰਦੇ ਸੀ ਨਾ, ਮਤਲਬ ਆਪਾਂ ਕਣਕ ਵੱਢਦੇ ਹੁੰਦੇ ਸੀਗੇ, ਕਣਕ ਵੱਢ ਕੇ ਭਰੀਆਂ ਬਣਾ ਕੇ ਰੱਖ ਦਿੰਦੇ ਸੀ ਕੁਛ ਚਿਰ ਲਈ, ਤਾਂ ਕਿ ਉਹ ਸੁੱਕ ਜਾਣ, ਤਾਂ ਜਿਹੜਾ ਵਿੱਚ ਕੋਈ ਸਿੱਟਾ ਗਿੱਲਾ ਹੈ, ਕੋਈ ਗਿੱਲੇ ਸਿੱਟੇ ਦੀ ਦਿੱਕਤ ਆਏਗੀ, ਦਾਣੇ ਨਹੀਂ ਨਿਕਲਣੇ ਉਹ 'ਚੋਂ, ਤਾਂ ਉਹ ਪਹਿਲਾਂ ਭਰੀਆਂ ਬਣਾ ਕੇ ਧੁੱਪੇ ਰੱਖ ਛੱਡਦੇ ਸੀ 5-7 ਦਿਨ 10 ਦਿਨ, ਤਾਂ ਉਹ ਕੀ ਸੁੱਕ ਜਾਂਦੀਆਂ ਸੀ ਅਤੇ ਫਿਰ ਉਹਨੂੰ ਉਗਾਉਂਦੇ ਸੀ। ਅੱਜ ਵੀ ਆਪਾਂ ਕਰ ਸਕਦੇ ਹਾਂ ਕਿ ਤੁਸੀਂ ਕਣਕ ਦੀਆਂ ਭਰੀਆਂ ਬਣਾ ਕੇ ਰੱਖ ਦਿਓ, ਉਹਨੂੰ ਸੁੱਕਣ ਦਿਓ, ਮੁੜ ਕੇ ਆਪਾਂ ਉਹ ਜਿਹੜੇ ਦੂਜੇ ਫਰਾਟੇ ਆ ਗਏ ਹੋਏ ਆ ਜਿਹੜੇ ਦਾਣੇ ਕੱਢਣ ਵਾਲੇ, ਉਹ 'ਚ ਪਾ ਕੇ ਕੱਢ ਲਓ। ਲੇਕਿਨ ਨਹੀਂ, ਉਸ ਤੋਂ ਕਾਹਲੀ ਕਰਨੀ ਕੰਬਾਈਨ ਲੈ ਚਾਹੀਦੀ ਹੈ।
ਵੀ ਖੜੀ ਖੱਤ 'ਚੋਂ ਸਿੱਧਾ ਹੀ ਬੋਰੀਆਂ 'ਚ ਸਿੱਧਾ ਕਿ ਤੇ ਉਹ ਜਿਹੜੀ ਉਹ ਪਾਗਲਪਨ ਹੈ ਨਾ, ਜਿਹੜਾ ਆਟੋਮੇਸ਼ਨ ਵਾਲਾ, ਉਹ ਪਾਗਲਪਨ ਨੇ ਸਾਨੂੰ ਜਿਹੜਾ ਨਾ ਉਹ ਸਾਡਾ ਸਾਰਾ ਕੁਝ ਜ਼ਹਿਰੀਲਾ ਕਰਤਾ। ਹੁਣ ਮੂੰਗੀ ਲਾਈ ਤਾਂ ਇਸ ਕੰਮ ਲਈ ਹੈ ਵੀ ਹੁਣ ਤੁਹਾਡੀ ਸਿਹਤ ਖਰਾਬ ਹੋ ਰਹੀ ਸੀ ਤੇ ਮੂੰਗੀ ਖਾਇਆ ਕਰੋ। ਉਹ ਮੂੰਗੀ ਦੇ ਉੱਪਰ ਚੱਕ ਕੇ ਉਹ ਥੋਕ 'ਚ ਉੱਥੇ ਢਿੜਕਦੀ ਚੱਕ ਕੇ। ਹੁਣ ਉਹ ਮੂੰਗੀ ਕੀ ਤੁਸੀਂ ਖਾਓਗੇ ਤੇ ਕੀ ਨਹੀਂ ਖਾਓਗੇ। ਹੁਣ ਉਤਰਤੀ ਗੱਲ ਹੈ ਤਾਂ ਪਹਿਲਾਂ ਵੀ ਸਪਰੇਆਂ ਕੀਤੀਆਂ ਹੋਣਗੀਆਂ, ਉਤੋਂ ਇਹ ਲਾਸਟ ਵੱਢਣ ਲੱਗਿਆ ਇਹ ਸਪਰੇਅ ਕਰਤੀ, ਵੱਢੀ ਕਰਨ ਲੱਗਿਆ। ਤਾਂ ਉਹ ਜਿਹੜਾ ਵਰਤਾਰਾ ਹਰਬੀਸਾਈਡ ਦਾ ਇਹ ਬਹੁਤ ਮਾੜਾ ਵਰਤਾਰਾ ਅਤੇ ਇਹ ਖੇਤੀ ਦੇ ਅੰਦਰ ਜਿਹੜਾ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ। ਉਸ ਤੋਂ ਅੱਗੇ ਆ ਜਾਈਏ ਆਪਾਂ ਕਿ ਆਪਣਾ ਜਿਹੜਾ ਖਾਣ ਪੀਣਾ ਕਿਵੇਂ ਆਪਾਂ ਨੇ ਵਿਗਾੜਿਆ। ਸਾਰੇ ਖਾਣੇ ਆਪਾਂ ਆਪਣੇ ਇੰਡਸਟਰੀਅਲ ਕਰ ਲਏ ਹੋਏ ਆ। ਦੁੱਧ ਸਾਡਾ ਇੰਡਸਟਰੀਅਲ ਹੋ ਗਿਆ। ਨਾ ਤਾਂ ਗਾਂ ਮੱਝ ਕੋਈ ਕਿੱਲੇ ਤੋਂ ਵੰਡ ਛੱਡਦੇ ਅਸੀਂ, ਨਾ ਉਹਨੂੰ ਕੋਈ ਨੈਚੁਰਲ ਫੀਡ ਪਾਉਂਦੇ ਆ। ਨੈਚੁਰਲ ਫੀਡ ਸਾਡੀ ਪਹਿਲਾਂ ਹਰਾ ਸੀ, ਭੂਸਾ ਸੀ, ਦਾਣਾ ਸੀ, ਵੜੇਵੇਂ ਸੀ, ਖਲ ਸੀ। ਹੁਣ ਉਹ ਜੋ ਗੰਦਾ ਮੰਦਾ ਰਹਿੰਦ ਖੂੰਦ ਸਟੋਰਾਂ 'ਚ ਪਈ ਹੁੰਦੀ ਹੈ, ਉਹਦੀ ਫੀਡ ਬਣਾ ਕੇ ਲਿਆ ਕੇ ਡੰਗਰਾਂ ਨੂੰ ਪਾ ਦਿੰਦੇ ਹਾਂ ਅਤੇ ਮੁੜ ਕੇ ਉਹਦੇ ਟੀਕੇ ਲਾ ਕੇ, ਐਂਟੀਬਾਇਓਟਿਕ ਲਾ ਕੇ, ਦਵਾਈਆਂ ਦੇ ਦੂ ਕੇ ਬੜਾ ਦੁੱਧ ਪੈਦਾ ਕਰਦੇ ਹਾਂ। ਜਿਹੜੀਆਂ ਅੰਗਲੈਤੀ ਗਾਵਾਂ ਨੇ ਖਾਸ ਕਰਕੇ ਤੁਸੀਂ ਦੇਖਿਆ ਹੋਣਾ 40 ਕਿਲੋ ਦੁੱਧ ਦਿੰਦੀਆਂ। ਉਹਦੇ ਵਿੱਚ 40 ਕਿਲੋ ਦੁੱਧ ਵਾਲੀ ਗਾਂ ਨੈਚੁਰਲ ਤਾਂ ਹੋ ਨਹੀਂ ਸਕਦੀ, ਕਿਉਂਕਿ ਕਿਹੜੇ ਬੱਚੇ ਨੇ 40 ਕਿਲੋ ਦੁੱਧ ਪੀਣਾ। ਦੁੱਧ ਤਾਂ ਬੱਚੇ ਨਹੀਂ ਬਣਾਇਆ ਨਾ ਕੁਦਰਤ ਨੇ, ਅਤੇ ਬੱਚੇ ਨੇ 40 ਕਿਲੋ ਦੁੱਧ ਤਾਂ ਪੀ ਨਹੀਂ ਲੈਣਾ। ਇਹਦਾ ਮਤਲਬ ਉਹਨੂੰ ਧੱਕੇ ਨਾਲ ਮਜਬੂਰ ਕਰਕੇ ਹਾਰਮੋਨ ਦੇ ਕੇ ਉਹਨੂੰ ਇੱਦਾਂ ਦਾ ਬਣਾਤਾ ਉਹਨੂੰ ਕਿ 40 ਕਿਲੋ ਦੁੱਧ ਦਿੰਦੀ ਹੈ। ਅਤੇ 40 ਕਿਲੋ ਦੁੱਧ ਆਪਦੇ ਥਣ ਤੋਂ ਹੀ ਸਾਲ ਪਿਸ ਤੋਂ ਉਹ ਵਿਚਾਰੀ ਤੁਰਿਆ ਨਹੀਂ ਜਾਂਦਾ ਹੁੰਦਾ ਗਾਵਾਂ ਤੋਂ। ਇੱਦਾਂ ਦੀਆਂ ਕਰਤੀਆਂ ਹੋਈਆਂ ਨੇ ਵੀ ਤੁਰਨਾ ਹੀ ਔਖਾ ਹੁੰਦਾ ਗਾਵਾਂ ਦਾ। ਤਾਂ ਉਹ ਜਿਹੜਾ ਇਹ ਵਰਤਾਰਾ ਹੈ ਉਹ ਗਾਵਾਂ ਦਾ ਇੰਡਸਟਰੀਅਲ ਮਿਲਕ ਹੈ। ਇੰਡਸਟਰੀਅਲ ਮਿਲਕ ਤੋਂ ਉੱਪਰ ਵੀ ਆ ਕੇ ਹੋਏਗਾ ਨਕਲੀ ਮਿਲਕ ਹੈ। ਤਾਂ ਹੁਣ ਜੋ ਅਸੀਂ ਦੁੱਧ ਲੈ ਰਹੇ ਹਾਂ ਸ਼ਹਿਰਾਂ ਦੇ ਅੰਦਰ, ਸਾਨੂੰ ਕੋਈ ਪਤਾ ਨਹੀਂ ਦੁੱਧ ਕੀ ਲੈ ਰਹੇ ਹਾਂ, ਲੇਕਿਨ ਦੁੱਧ ਅਸੀਂ ਪੀ ਰਹੇ ਹਾਂ। ਦੁੱਧ ਵੀ ਪੀ ਰਹੇ ਹਾਂ, ਲੱਸੀ ਵੀ ਪੀ ਰਹੇ ਹਾਂ, ਉਹਦਾ ਮੱਖਣ ਵੀ ਖਾ ਰਹੇ ਹਾਂ, ਘਿਓ ਵੀ ਖਾ ਰਹੇ ਹਾਂ, ਚਾਹ ਵੀ ਪੀ ਰਹੇ ਹਾਂ, ਸਭ ਕੁਝ ਪੀ ਰਹੇ ਹਾਂ। ਲੇਕਿਨ ਅਸੀਂ ਕਿਉਂਕਿ ਦੁੱਧ ਦਾ ਕਲਚਰ ਬਣਾ ਲਿਆ, ਫੂਡ ਕਲਚਰ ਉਹ ਖਰਾਬ ਕਰ ਰਿਹਾ। ਇਸ ਤਰ੍ਹਾਂ ਅਸੀਂ ਕਣਕ ਚੌਲ ਨੇ ਉਹਨਾਂ ਨੂੰ ਇੰਡਸਟਰੀਲਾਈਜ਼ ਕਰ ਲਿਆ ਹੋਇਆ। ਉਹ ਅਸੀਂ ਬੀਜਾਂ ਤੋਂ ਲੈ ਕੇ ਪਹਿਲਾਂ ਤਾਂ ਬੀਜ ਹਾਈਬ੍ਰਿਡ ਕਰਤੇ। ਬੀਜ ਹਾਈਬ੍ਰਿਡ ਕਰਨ ਦੀਆਂ ਆਪਣੀਆਂ ਸਮੱਸਿਆਵਾਂ ਨੇ ਕਿ ਉਹਦਾ ਪ੍ਰੋਟੀਨ ਬਦਲ ਜਾਂਦਾ, ਅਤੇ ਬਦਲਿਆ ਹੋਇਆ ਪ੍ਰੋਟੀਨ ਜਿਹੜਾ ਉਹ ਬਹੁਤ ਹੀ ਖਤਰਨਾਕ ਹੁੰਦਾ। ਉਹ ਆਟੋਮਿਊਨਿਟੀ ਕਰਦਾ। ਆਪਾਂ ਬਹੁਤ ਵਾਰੀ ਇੱਕ ਗੱਲ ਪਹਿਲਾਂ ਕਰ ਚੁੱਕੇ ਹਾਂ ਕਿ ਜਦੋਂ ਵੀ, ਕਿਉਂਕਿ ਕੁਦਰਤ ਜਿਹੜੀ ਹੈ ਤੁਹਾਡੀ ਇਹਦੇ ਅੰਦਰ ਸਾਡਾ ਇੱਕ ਨਿਯਮ ਹੈ ਕਿ ਸਾਡੇ ਸਰੀਰ ਦੇ ਅੰਦਰ ਜਿਹੜਾ ਭੋਜਨ ਹੈ ਉਹੀ ਹੋਣਾ ਚਾਹੀਦਾ ਜਿਹੜਾ ਸਦੀ ਦਰ ਸਦੀ ਅਸੀਂ ਖਾ ਰਹੇ ਸੀ। ਕਿਉਂਕਿ ਤੁਹਾਡੀ ਬਾਡੀ, ਤੁਹਾਡਾ ਜਿਹੜਾ ਇਨਰ ਸਾਰਾ ਇਕੋਲੋਜੀ ਹੈ ਉਹ ਬਾਹਰਲੀ ਇਕੋਲੋਜੀ ਨਾਲ ਜੁੜੀ ਹੋਈ ਹੈ। ਉਹਨੇ ਤੁਹਾਡਾ ਜਨਰੇਸ਼ਨ ਦਰ ਜਨਰੇਸ਼ਨ ਫੂਡ ਖਾਧਾ। ਤਾਂ ਅਸੀਂ ਹੁਣ ਕਹਿੰਦੇ ਹਾਂ ਵੀ ਲੋਕਲੀ ਪ੍ਰੋਡਿਊਸਡ ਫਰੈਸ਼ ਫੂਡਸ ਖਾਓ। ਉਹ ਫੋਨ ਵੀ ਲੋਕਲੀ ਪ੍ਰੋਡਿਊਸਡ, ਕਿਉਂਕਿ ਬਾਹਰਲੇ ਖਾਓਗੇ ਤਾਂ ਹੋ ਸਕਦਾ ਤੁਹਾਡੀ ਬਾਡੀ ਉਹਦੇ ਨਾਲ ਟਿਊਨਡ ਨਾ ਹੋਵੇ। ਤਾਂ ਇਸ ਕਰਕੇ ਜਿਹੜਾ ਇਹ ਵਰਤਾਰਾ ਹੈ ਕਿਤੇ ਨਾ ਕਿਤੇ ਖੇਤੀ ਦੇ ਅੰਦਰ ਜਿਹੜੇ ਮਲਟੀਪਲ ਕਿਸਮ ਦੇ ਵਰਤਾਰੇ ਆ ਗਏ। ਪਲੱਸ ਉਸ ਤੋਂ ਬਾਅਦ ਇੰਡਸਟਰੀਲਾਈਜੇਸ਼ਨ ਹੋ ਗਈ ਜਿਹੜੀ ਫੂਡ ਦੀ। ਉਹ ਚੌਲ ਵੀ ਇੰਡਸਟਰੀਲਾਈਜ਼ ਹੋ ਗਏ, ਉਹ ਵੀ ਇੰਡਸਟਰੀਲਾਈਜ਼ ਹੋ ਗਿਆ। ਅਤੇ ਉਸ ਤੋਂ ਵੀ ਅੱਗੇ ਆ ਗਿਆ ਕਿ ਸਨਅਤਾਂ ਨੇ, ਇੰਡਸਟਰੀ ਨੇ ਸਾਡੇ ਕੋਲ ਨੈਚੁਰਲ ਫੂਡ ਪਹੁੰਚਣੇ ਬੰਦ ਕਰਤਾ। ਹੁਣ ਅਮਰੀਕਾ ਦੇ ਵਿੱਚ ਦੁੱਧ ਜਿਹੜਾ ਹੈ ਕੋਈ ਬੰਦਾ ਜਾ ਕੇ ਡੇਅਰੀ ਤੋਂ ਨਹੀਂ ਖਰੀਦ ਸਕਦਾ। ਉਹ ਸਾਡੇ ਵੀ ਕਰਨ ਨੂੰ ਫਿਰਦੇ ਆ। ਸਾਡੇ ਵੀ ਖੇਤਾਂ 'ਚੋਂ ਸਿੱਧੀ ਫਸਲ ਚੱਕਣਗੇ ਜੋ ਤਿਆਰੀਆਂ ਹੋ ਰਹੀਆਂ ਨੇ, ਅਤੇ ਕੁਛ ਹੋਣ ਵੀ ਲੱਗ ਗਿਆ। ਫਿਰ ਉਹਨੂੰ ਮੋਡੀਫਾਈ ਕਰਨਗੇ, ਉਹਨੂੰ ਡਿੱਬਾ ਬੰਦ ਪੈਕਟ 'ਚ ਪਾਉਣਗੇ, ਫਿਰ ਉਹ ਲਿਆ ਕੇ ਉੱਥੇ ਵੱਡੀਆਂ ਮੌਲਾਂ 'ਚ ਸਟੋਰਾਂ 'ਚ ਜਾਣਗੇ, ਫਿਰ ਅਸੀਂ ਲੈ ਕੇ ਆਵਾਂਗੇ। ਉਹਦੇ ਅੰਦਰ ਇੱਕ ਤਬਦੀਲੀ ਹੁੰਦੇ ਕੈਮੀਕਲ ਪਾਉਂਦੇ ਕੁਛ ਹੋਰ ਹੀ ਬਣ ਜਾਂਦਾ। ਤਾਂ ਉਹਨੂੰ ਅਸੀਂ ਕਹਿੰਦੇ ਇੰਡਸਟਰੀਅਲ ਫੂਡਸ ਨੇ। ਅਤੇ ਸਾਰੇ ਦੇ ਸਾਰੇ ਕੀ ਅਲਟੀਮੇਟਲੀ ਕਰਦੇ ਆ, ਸਾਡੀ ਇਮਿਊਨਿਟੀ ਨੂੰ ਬਹੁਤ ਲੋਅ ਕਰਦੇ ਆ। ਉਹਦਾ ਨੈਟ ਰਿਜ਼ਲਟ ਕੀ ਹੋ ਰਿਹਾ ਕਿ ਸਾਰੀਆਂ ਇਨਫੈਕਸ਼ਨਾਂ ਜਿਹੜੀਆਂ ਨੇ ਸਾਡੇ 'ਤੇ ਭਾਰੂ ਹੋ ਰਹੀਆਂ ਨੇ। ਪਹਿਲੀ ਗੱਲ ਤਾਂ ਉਹ ਇਨਫੈਕਸ਼ਨਾਂ ਜਿਹੜੀਆਂ ਕਿ ਪਹਿਲਾਂ ਬਹੁਤ ਹਲਕੀਆਂ ਫੁਲਕੀਆਂ ਹੁੰਦੀਆਂ ਸੀ, ਅੱਜ ਹੁਣ ਜ਼ਿਆਦਾ ਮਾਰੂ ਹੋਣ ਲੱਗ ਗਈਆਂ। ਇੱਕ ਗੱਲ ਬਹੁਤ ਸਾਰੀਆਂ ਡੰਗਰਾਂ ਦੀਆਂ ਬਿਮਾਰੀਆਂ ਪਹਿਲਾਂ ਸਾਨੂੰ ਨਹੀਂ ਸੀ ਲੱਗਦੀਆਂ ਹੁੰਦੀਆਂ, ਅੱਜ ਉਹ ਲੱਗਣ ਲੱਗ ਗਈਆਂ। ਪੰਛੀਆਂ ਦੀਆਂ ਬਿਮਾਰੀਆਂ, ਡੰਗਰਾਂ ਦੀਆਂ ਬਿਮਾਰੀਆਂ ਉਹ ਲੱਗਣ ਲੱਗ ਗਈਆਂ, ਜਿਹੜੀ ਪਹਿਲਾਂ ਲੱਗਦੀਆਂ ਨਹੀਂ ਸੀ ਡੰਗਰ ਦੀ। ਸੋ ਉਹ ਕਿਉਂ ਹੋਇਆ? ਕਿਉਂਕਿ ਇਮਿਊਨਿਟੀ ਲੋ ਹੋ ਗਈ ਸਾਡੀ। ਇਸ ਤਰ੍ਹਾਂ ਜਿਹੜੀਆਂ ਬਿਮਾਰੀਆਂ ਪਹਿਲਾਂ ਮਾਰੂ ਨਹੀਂ ਸੀਗੀਆਂ, ਡੈਥ ਨਹੀਂ ਸੀ ਕਰਦੀਆਂ, ਉਹਦਾ ਡੈਥ ਰੇਟ ਵੱਧ ਗਿਆ। ਤਾਂ ਇਹ ਵਰਤਾਰਾ ਜਿਹੜਾ ਹੋਇਆ ਉਹਦੇ ਵਿੱਚ ਹੁਣ ਜਿਹੜਾ ਸਾਨੂੰ ਭੋਜਨ ਦਾ ਹੁਣ ਗੱਲ ਜਿਹੜੀ ਕਰਨੀ ਪਈ ਵੀ ਭੋਜਨ ਨਾਲ ਹੀ ਜੇ ਵਧੀਆ ਭੋਜਨ ਖਾਵਾਂਗੇ ਤਾਂ। ਸੋ ਸਾਨੂੰ ਓਵਰਆਲ ਅਸੀਂ ਜਿਹੜਾ ਹੁਣ ਕਰ ਰਹੇ ਹਾਂ, ਜਿਹਦੇ 'ਚ ਆਪਾਂ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਾਂ, ਔਰ ਬਹੁਤ ਲੋਕ ਕੰਮ ਕਰ ਰਹੇ, ਪੂਰੀ ਦੁਨੀਆ 'ਚ ਕੰਮ ਹੋ ਰਿਹਾ। ਉਹਨੂੰ ਹੋਲਿਸਟਿਕ ਹੈਲਥ ਕੇਅਰ ਦੇ ਨਾਂ 'ਤੇ ਵੀ ਲੋਕ ਗੱਲ ਕਰਦੇ ਹੈ,
ਨੈਚੁਰਲ ਕਿਉਰ ਦੇ ਨਾਂ 'ਤੇ ਗੱਲ ਕਰਦੇ ਹਾਂ ਜਾਂ ਅਲੱਗ-ਅਲੱਗ ਫੰਕਸ਼ਨਲ ਮੈਡੀਸਨ ਜਾਂ ਕੁਛ ਅੱਡ-ਅੱਡ ਨਾਂ ਦੇ ਰੱਖੇ ਲੋਕਾਂ ਨੇ। ਹਾਂ, ਡਾਇਟਰੀ ਮੈਡੀਸਨ ਤੋਂ ਅਲੱਗ-ਅਲੱਗ ਨਾਂ ਦੇ ਰੱਖੇ। ਮਤਲਬ ਇਹ ਕਿ ਬਿਨਾਂ ਕੈਮੀਕਲ ਦਵਾਈਆਂ ਤੋਂ, ਉਹਦੇ ਬਿਨਾਂ ਸਰਜਰੀ ਤੋਂ ਜੋ ਵੀ ਤੁਸੀਂ ਕਰਨਾ ਹੈ ਉਹ ਲਗਭਗ ਉਹ ਨੈਚੁਰਲ ਹੀ ਹੁੰਦਾ। ਚਾਹੇ ਨੈਚੁਰੋਪੈਥੀ ਦੀਆਂ ਪੱਟੀਆਂ, ਪਾਣੀ ਪੱਟੀ ਹੈ, ਮਿੱਟੀ ਪੱਟੀ ਹੈ, ਧੁੱਪ 'ਚ ਬੈਠਣਾ ਹੈ, ਹਵਾ 'ਚ ਰਹਿਣਾ ਹੈ, ਪ੍ਰਾਣਾਯਾਮ ਕਰਨੀ, ਯੋਗਾ ਹੈ, ਇਹ ਸਾਰੀ ਨੈਚੁਰੋਪੈਥੀ ਦਾ ਪਾਰਟ ਨੇ। ਜੋ ਉਹ ਤਾਂ ਚਲੋ ਪੁਰਾਣਾ ਸੀਗਾ ਕਿ ਜੋਕਾਂ ਦਾ ਇੱਕ ਸਾਇੰਸ ਸੀਗੀ। ਹਾਂ, ਤਾਂ ਉਹ ਇਹ ਜਿਹੜਾ ਸਾਰਾ ਸਿਸਟਮ ਹੈ ਉਹਦੇ 'ਚ ਇਮਿਊਨਿਟੀ ਜਿਹੜੀ ਹੈ ਉਹ ਇਨਕਰੀਜ਼ ਹੁੰਦੀ ਹੈ ਉਹਦੇ ਨਾਲ। ਉਹਦੇ 'ਚ ਆਪਾਂ ਜਿਹੜਾ ਹੁਣ ਲੇਟਲੀ ਕਹਿ ਰਹੇ ਹਾਂ ਕਿ ਫਰੈਸ਼ ਜਿਹੜਾ ਕੱਚਾ ਖਾਣਾ ਜ਼ਰੂਰ ਖਾਓ, ਕਿਉਂਕਿ ਕੁਕਿੰਗ ਦੇ ਨਾਲ ਜਿਹੜਾ ਨਿਊਟ੍ਰੀਸ਼ਨ ਵੈਲਿਊ ਹੈ ਉਹ ਘੱਟ ਜਾਂਦੀ ਹੈ। ਸੋ ਇੱਕ ਗੱਲ ਜਿਹੜੀ ਆਪਾਂ ਮੈਂਸ਼ਨ ਕਰਨਾ ਭੁੱਲ ਗਏ ਕਿ ਜਦੋਂ ਖੇਤੀ ਦੇ ਅੰਦਰ ਅਸੀਂ ਜਿਹੜਾ ਆਰਗੈਨਿਕ ਸਾਈਕਲ ਤੋੜਤਾ ਤਾਂ ਮਿੱਟੀ ਦੇ ਵਿੱਚ ਹੀ ਖੁਰਾਕੀ ਤੱਤ ਘਟ ਗਏ ਹੋਏ ਆ। ਜਿਵੇਂ ਜ਼ਿੰਕ ਹੈ, ਸੈਲੀਨੀਅਮ ਹੈ, ਕ੍ਰੋਮੀਅਮ ਹੈ, ਮਲੀਬਡੇਨਮ ਹੈ, ਇਵਨ ਆਇਰਨ ਹੈ, ਕਾਪਰ ਹੈ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਮਿੱਟੀ 'ਚ ਘਟ ਗਈਆਂ। ਕਿਉਂ? ਕਿਉਂਕਿ ਮਿੱਟੀ 'ਚ ਪਹਿਲਾਂ ਤਾਂ ਅਸੀਂ ਰੂੜੀ ਪਾਉਂਦੇ ਸੀ, ਮਲ ਮੂਤਰ ਪਾਉਂਦੇ ਸੀ, ਫਸਲਾਂ ਦੀ ਰਹਿੰਦ ਖੂੰਹਦ ਵਿੱਚੇ ਜਾਂਦੀ ਸੀ। ਅੱਜ ਅਸੀਂ ਕੀ ਕੀਤਾ, ਅੱਗਾਂ ਲਾਉਣੀ ਸ਼ੁਰੂ ਕਰਤੀਆਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਉੱਥੋਂ ਸਾਫ ਸੁਥਰੀ ਖੇਤੀ ਹੋ ਗਈ ਸੋ ਕਾਲਡ। ਅਤੇ ਜਿਹੜੀ ਆ ਹੁਣ ਤਾਂ ਚਲੋ ਪੰਜਾਬ 'ਚ ਥੋੜ੍ਹਾ ਜਿਹਾ ਕਿਸਾਨ ਚਤਨ ਹੋ ਗਏ, ਰੂੜੀ ਪਾਉਣ ਲੱਗ ਗਏ। ਪਹਿਲਾਂ ਰੂੜੀਆਂ ਨਹੀਂ ਪਾਉਂਦੇ, ਰੂੜੀ ਪਾਉਣੀ ਛੱਡ ਗਏ ਸੀ। ਤਾਂ ਉਹਦੇ ਨਾਲ ਕੀ ਨੈਟ ਰਿਜ਼ਲਟ ਕੀ ਹੋਇਆ ਕਿ ਖੇਤੀ ਦੇ ਜਿਹੜੀ ਖੇਤੀ ਵਾਲੀ ਮਿੱਟੀ ਹੈ ਉਹਦੇ ਅੰਦਰ ਜੇ ਖੁਰਾਕੀ ਤੱਤ ਘਟ ਗਏ ਬਹੁਤ ਜ਼ਿਆਦਾ। ਜੇ ਖੇਤੀ ਦੀ ਮਿੱਟੀ 'ਚ ਖੁਰਾਕੀ ਤੱਤ ਘੱਟ ਨੇ ਤਾਂ ਖੁਰਾਕ 'ਚ ਵੀ ਘੱਟ ਹੋਣਗੇ। ਤਾਂ ਉਹਦੇ ਨਾਲ ਕੀ ਹੋਇਆ, ਖੁਰਾਕੀ ਤੱਤਾਂ ਦੀ ਕਮੀ ਹੋ ਗਈ। ਖੁਰਾਕੀ ਤੱਤਾਂ ਦੀ ਕਮੀ ਹੋਈ ਤਾਂ ਉਹਨੇ ਵੀ ਸਾਡੀ ਬਾਡੀ ਇਮਿਊਨਿਟੀ ਨੂੰ, ਸਾਡੀ ਬਾਡੀ ਫਿਜ਼ੀਓਲੋਜੀ ਨੂੰ ਐਡਵਰਸਲੀ ਇਫੈਕਟ ਕੀਤਾ। ਸੋ ਇਹ ਸਾਰੇ ਗੱਲ ਗੇੜੇ ਗੂੜੇ ਦੇ ਕੇ 2-5-4 ਗੱਲਾਂ 'ਤੇ ਆ ਜਾਂਦੀ ਹੈ। ਹਵਾ ਪਾਣੀ ਤੋਂ ਬਾਅਦ ਹਵਾ ਪਾਣੀ ਸਾਫ਼ ਰੱਖਣਾ ਜ਼ਰੂਰੀ ਹੈ ਹੀ ਹੈ, ਲੇਕਿਨ ਉਸ ਤੋਂ ਬਾਅਦ ਆ ਜਾਂਦੀ ਹੈ ਕਿ ਤੁਸੀਂ ਆਪਣੀ ਖੇਤੀ ਜਿਹੜੀ ਹੈ ਨੈਚੁਰਲ ਕਰੋ। ਉਹਦੇ 'ਚ ਨੈਚੁਰਲ ਜਿਹੜੇ ਤਰੀਕੇ ਸੀਗੇ, ਨੇਚਰ ਦੇ ਸਾਈਕਲ ਨੂੰ ਡਿਸਟਰਬ ਨਾ ਕਰੋ, ਨਾ ਪਾਣੀ ਦਾ ਸਾਈਕਲ ਡਿਸਟਰਬ ਕਰੋ, ਨਾ ਹਵਾ ਦਾ ਸਾਈਕਲ ਡਿਸਟਰਬ ਕਰੋ, ਨਾ ਖੁਰਾਕੀ ਤੱਤਾਂ ਦਾ ਸਾਈਕਲ ਡਿਸਟਰਬ ਕਰੋ। ਅਤੇ ਫਸਲਾਂ ਦੀ ਰਹਿੰਦ ਖੂੰਹਦ ਜਿਹੜੀ ਹੈ ਵਾਪਸ ਪਾਓ, ਸੁਸੂ ਪਾਟੀ ਵਾਪਸ ਪਾਓ। ਜਿਹੜੇ ਕੋਈ ਮਰਨ ਖਪਣ ਹੈ ਜੀਵਾਂ ਦਾ ਉੱਥੇ ਵਿੱਚ ਹੀ ਹੋਵੇ, ਪੰਛੀ ਉੱਥੇ ਇਹੋ ਜਿਹੀ ਖੇਤੀ ਹੋਵੇ ਜਿਹਦੇ 'ਚ ਪੰਛੀ ਆਉਣ ਵੱਧ ਤੋਂ ਵੱਧ। ਪੰਛੀਆਂ ਦੇ ਬਿੱਠਾਂ ਜਿਹੜੀਆਂ ਨੇ ਹੁਣ ਮਤਲਬ ਐਡੀ ਵੰਡਰਫੁਲ ਉਹ ਡਾਈਟ ਹੈ, ਖਾਦ ਹੈ। ਕਿਉਂ ਪੰਛੀ ਦੇਖੋ, ਪੰਛੀ ਜਿਹੜੇ ਹੁੰਦੇ ਆ ਪੰਛੀ ਪਤਾ ਨਹੀਂ ਕਿੱਥੇ ਤੱਕ ਉਡਾਰੀ ਮਾਰੇ ਆਉਂਦੇ ਆ। ਉਹ ਕਿੱਦਾਂ ਦਾ ਖਾਣਾ ਖਾਂਦੇ, ਉਹ ਪਤਾ ਨਹੀਂ ਕੀ ਖਾਂਦੇ ਆ। ਸਾਰੇ ਕੁਝ ਦਾ ਜਿਹੜਾ ਤੱਤ ਹੈ ਉਹਦੀ ਪੱਟੀ 'ਚ ਆ ਜਾਣਾ, ਬਿੱਠ 'ਚ ਆ ਜਾਣਾ। ਜਿਸ ਖੇਤ 'ਚ ਪੰਛੀ ਵਿਜ਼ਿਟ ਕਰਦੇ ਆ ਉਸ ਖੇਤ ਦੀ ਮਿੱਟੀ ਦਾ ਕੁਝ ਵਿਗੜ ਨਹੀਂ ਸਕਦਾ। ਅਸੀਂ ਕੀ ਕੀਤਾ, ਦਰਖਤ ਹੀ ਉਡਾਤੇ, ਦਰਖਤ ਹੀ ਨਹੀਂ ਛੜੇ। ਦਰਖਤਾਂ ਦੇ ਬਿਨਾਂ ਪੰਛੀ ਕਿਵੇਂ ਆਉਣਗੇ? ਤੁਸੀਂ ਆਪਣੇ ਖੇਤਾਂ 'ਚ ਜਾ ਕੇ ਦੇਖੋ, ਐਂ ਲੱਗਦਾ ਜਿਵੇਂ ਕਬਰਸਤਾਨ ਹੋਵੇ, ਸੁੰਨ ਸੁਰਾਂ ਪਈ ਹੁੰਦੀ ਉੱਥੇ। ਖੇਤ ਕਿਤੇ ਇੱਦਾਂ ਦਾ ਹੁੰਦਾ, ਆਹ ਹੈ ਇੱਦਾਂ ਦਾ ਹੋਣਾ ਚਾਹੀਦਾ ਸਾਰਾ ਇਨਵਾਇਰਮੈਂਟ। ਪੰਛੀ ਵੀ ਹੋਣ, ਭਾਂਤ-ਭਾਂਤ ਦੀ ਬਨਸਪਤੀ ਹੋਵੇ, ਭਾਂਤ-ਭਾਂਤ ਦੇ ਕੀੜੇ ਮਕੌੜੇ ਹੋਣ, ਕਿਉਂਕਿ ਹਰ ਜੀਵ ਦਾ ਕੁਦਰਤ ਨੇ, ਹਰ ਜੀਵ ਨੇ ਇੱਕ ਰੋਲ ਦੇ ਰੱਖਿਆ। ਤਾਂ ਉਹ ਜਿਹੜੀ ਸਾਰੀ ਇਕੋਲੋਜੀ ਨੂੰ, ਸਾਰੇ ਮਿੱਟੀ ਪਾਣੀ ਹਵਾ ਨੂੰ ਬੈਲੈਂਸ ਰੱਖਦਾ। ਅਤੇ ਉਹ ਮਿੱਟੀ ਪਾਣੀ ਹਵਾ ਦਾ ਜੇ ਬੈਲੈਂਸ ਠੀਕ ਰਹੇਗਾ ਤਾਂ ਹੀ ਸਾਡਾ ਬੈਲੈਂਸ ਠੀਕ ਰਹੇਗਾ। ਅਤੇ ਇਹ ਚੀਜ਼ਾਂ ਜਿਹੜੀਆਂ ਆਪਾਂ ਸਾਰੀਆਂ ਦੱਸ ਰਹੇ ਹਾਂ, ਇਹ ਇੱਕ ਕਲੈਕਟਿਵ ਸੁਸਾਇਟੀ ਦਾ ਰੋਲ ਹੋਏਗਾ। ਇਹਦੇ ਵਿੱਚ ਪੂਰੇ ਸਮਾਜ ਨੂੰ ਇਹਦੇ ਵਾਸਤੇ ਬਦਲਣਾ ਪਵੇਗਾ, ਤਾਂ ਆਪਾਂ ਇਹ ਚੀਜ਼ ਨੂੰ ਸੰਭਵ ਕਰ ਪਾਵਾਂਗੇ। ਲੇਕਿਨ ਜਿਹੜਾ ਫੌਰੀ ਤੌਰ 'ਤੇ ਲੋੜ ਹੋਏਗਾ, ਜਿਹੜੇ ਬੰਦੇ ਬਿਮਾਰ ਨੇ ਉਹਨਾਂ ਨੂੰ ਲੋੜ ਹੈ ਫੌਰੀ ਤੌਰ 'ਤੇ ਕੁਝ ਅਜਿਹੇ ਹੱਲਾਂ ਦੀ, ਜਿਹੜੀ ਕਿ ਆਪਾਂ ਮੌਕੇ ਦੇ ਉੱਤੇ ਉਹਨਾਂ ਨੂੰ ਦੱਸੀਏ ਤਾਂ ਕਿ ਉਹ ਆਪਣੇ ਇੱਕ ਜਿਹੜਾ ਉਸ ਨੂੰ ਕਿਸੇ ਤਰੀਕੇ ਰਾਹਤ ਮਿਲ ਸਕੇ। ਹਾਂ, ਆਪਾਂ ਜਿਹੜੀ ਕਰ ਰਹੇ ਹਾਂ ਇਸੇ ਮਕਸਦ ਨਾਲ ਹੀ ਕਰ ਰਹੇ ਹਾਂ ਕਿ ਫੌਰੀ ਵੀ ਰਾਹਤ ਮਿਲਣੀ ਬਹੁਤ ਜ਼ਰੂਰੀ ਹੈ। ਕਿਉਂਕਿ ਫੌਰੀ ਜਿਹੜੀ ਸਾਡੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਨੇ। ਸਾਡੀ ਸਰੀਰਕ ਸਿਹਤ ਜਾਂ ਮਾਨਸਿਕ ਸਿਹਤ ਜਾਂ ਪ੍ਰਜਨਨ ਸਿਹਤ ਜਿਹੜੀ ਇਸ ਵੇਲੇ ਬਹੁਤ ਲੋ ਜਾ ਰਹੀ ਹੈ। ਔਰ ਉਹਦਾ ਜਿਹੜਾ ਦੁੱਖ ਦਰਦ ਹੈ, ਉਹਦੀ ਪੀੜਾ ਹੈ, ਉਹਦੀ ਸਮੇਂ ਤੋਂ ਪਹਿਲਾਂ ਮੌਤਾਂ ਨੇ ਉਹਦੀਆਂ, ਔਰ ਉਹਦੇ ਅੰਦਰ ਜਿਹੜਾ ਪੰਗਤਾ ਆ ਰਹੀ ਹੈ ਬਹੁਤ ਭਾਂਤ-ਭਾਂਤ ਦੀ, ਉਹ ਜਿਹੜੀ ਸਾਰੀ ਇੰਨੀ ਇੱਦਾਂ ਦੀ ਹੈ ਕਿ ਉਹਦੇ ਫੌਰੀ ਵੀ ਕਰਨਾ ਬਹੁਤ ਜ਼ਰੂਰੀ। ਅਤੇ ਫੌਰੀ 'ਚ ਆਪਾਂ ਜਿਹੜੀ ਉਹੀ ਕਰ ਰਹੇ ਹਾਂ ਕਿ ਅੱਧਾ ਕੱਚਾ ਖਾਓ, ਕੱਚੀਆਂ ਚੀਜ਼ਾਂ ਜ਼ਰੂਰ ਖਾਓ, ਕੱਚੀਆਂ ਫਲ ਖਾਓ, ਸਬਜ਼ੀਆਂ ਖਾਓ, ਸਲਾਦ ਦੀ ਸ਼ਕਲ 'ਚ ਖਾਓ, ਚਟਨੀ ਦੀ ਸ਼ਕਲ 'ਚ ਖਾਓ, ਅਚਾਰ ਦੀ ਸ਼ਕਲ 'ਚ ਖਾਓ, ਡਰਾਈ ਫਰੂਟ ਦੀ ਸ਼ਕਲ 'ਚ ਖਾਓ, ਸਪਰਾਊਟਸ ਖਾਓ, ਜੂਸਸ ਪੀਓ। ਅਤੇ ਉਹ ਇੱਦਾਂ ਕੱਚਾ ਖਾਓ, ਅਤੇ ਕੱਚਾ ਪਹਿਲਾਂ ਖਾਓ ਅਤੇ ਪੱਕਿਆ ਬਾਅਦ 'ਚ ਖਾਓ। ਅਤੇ ਜਿਹੜਾ ਪੱਕਿਆ ਵੀ ਖਾਓ ਉਹ ਵੀ ਹੈਲਦੀ ਖਾਓ। ਕਣਕ ਚੌਲ ਜਿਹੜੇ ਨੇ ਉਹ ਬਹੁਤ ਵਧੀਆ ਫੂਡ ਨਹੀਂ ਹੈਗੇ, ਉਹ ਨੈਗੇਟਿਵ ਫੂਡ ਨੇ। ਕਣਕ ਔਰ ਚੌਲ ਸਾਡੀ ਜਿਹੜੀ ਬਦਕਿਸਮਤੀ ਹੈ, ਸਾਡੇ ਦੋਨੋਂ ਮੇਨ ਜਿਹੜੀਆਂ ਫਸਲਾਂ ਨੇ ਉਹ ਦੋਨੋਂ ਬਿਮਾਰ ਕਰਨ ਵਾਲੀਆਂ ਨੇ।
ਤੇ ਉਹਦੀ ਬਜਾਏ ਹੁਣ ਅਸੀਂ ਮਿਲਟਸ ਪ੍ਰਮੋਟ ਕਰ ਰਹੇ ਹਾਂ। ਮਿਲਟਸ ਦੇ ਅੰਦਰ 5 ਮਿਲਟਸ ਉਹੀ ਨੇ, ਜਿਹੜਾ ਕੋਦਰਾ, ਕੰਗਣੀ, ਕੁਟਕੀ, ਸੌਂਕ ਤੇ ਹਰੀ ਕੰਗਣੀ, ਤੇ ਜਿਹੜੇ ਬਾਕੀ 3-4 ਹੋਰ ਨੇ, ਜਵਾਰ ਹੈ, ਬਾਜਰਾ ਹੈ, ਰਾਗੀ ਹੈ, ਤੁਹਾਡਾ ਪ੍ਰੋਜ਼ੋ ਹੈ, ਮੱਕੀ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਜਿਹੜਾ ਇਸਤੇਮਾਲ ਆਪਾਂ ਵਧਾਈਏ ਤਾਂ ਕਿ ਇਹ ਜਿਹੜੀ ਪਕਾ ਕੇ ਵੀ ਖਾਣੀ ਦਾਲਾਂ ਨੇ, ਦਾਲਾਂ ਖਾਈਏ, ਬੀਜ ਸੀਡ, ਆਇਲ ਸੀਡਸ, ਤਿਲ ਖਾਈਏ, ਅਲਸੀ ਖਾਈਏ, ਚੀਆ ਸੀਡਸ ਖਾਈਏ, ਮਖਾਣੇ ਖਾਈਏ। ਤੇ ਇਹ ਚੀਜ਼ਾਂ ਜਿਹੜੀਆਂ ਪਕਾ ਕੇ ਵੀ ਖਾਣੀਆਂ ਨੇ ਉਹ ਵੀ ਹੈਲਦੀ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਉਹਦਾ ਹੈਲਦੀ ਰਹਿ ਸਕੀਏ। ਉਸ ਤੋਂ ਬਾਅਦ ਜਿਹੜੇ ਮੈਡੀਸਨਲ ਪਲਾਂਟਸ ਨੇ, ਦਵਾ ਪੌਦੇ ਨੇ, ਦਵਾ ਪੌਦੇ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ। ਜਿਹੜੇ ਦਵਾ ਪੌਦਿਆਂ ਦੇ ਅੰਦਰ ਬਹੁਤ ਗੁਣ ਨੇ ਸਾਡੀ ਇਮਿਊਨਿਟੀ ਨੂੰ, ਸਾਡੇ ਸਰੀਰ ਨੂੰ ਤੰਦਰੁਸਤ ਕਰਨ ਦੇ। ਜਿਹੜੇ ਨਰਵਸ ਸਿਸਟਮ ਦੀਆਂ ਬਿਮਾਰੀਆਂ ਵਾਸਤੇ ਪਰਟੀਕੂਲਰ ਕੁਝ ਕਾੜੇ, ਕੁਝ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਜਿਹੜੀਆਂ ਜਿਵੇਂ ਆਪਣੇ ਰਸੋਈ 'ਚ ਜਾਂ ਆਪਾਂ ਆਪਣੇ ਆਲੇ ਦੁਆਲੇ ਵਿੱਚੋਂ ਕਲੈਕਟ ਕਰਕੇ ਆਪਾਂ ਲੈ ਸਕਦੇ। ਬਿਲਕੁਲ, ਸਭ ਤੋਂ ਵਧੀਆ ਤੁਹਾਡੀ ਹਲਦੀ ਆ। ਹਲਦੀ ਐਸੇ ਸਾਡੇ ਕੋਲ ਤਾਂ ਐਸੇ ਵੰਡਰ ਪਲਾਂਟਸ ਨੇ ਜਿਹੜੇ ਕਿ ਗੁਣਾਂ ਦੇ ਗੁਥਲੇ ਨੇ। ਹਲਦੀ ਉਹਨਾਂ 'ਚੋਂ ਇੱਕ ਹੈ ਜਿਹੜੀ ਨਰਵਸ ਸਿਸਟਮ ਵੀ ਬਹੁਤ ਵਧੀਆ। ਉਸ ਤੋਂ ਬਾਅਦ ਤੁਹਾਡੇ ਲਾਲੇ, ਤੁਹਾਡੇ ਮਸਾਲੇ ਨੇ, ਇਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਨਰਵਸ ਸਿਸਟਮ ਲਈ ਬਹੁਤ ਅੱਛੇ ਨੇ। ਬ੍ਰਹਮੀ ਹੈ, ਸ਼ੰਖ ਪੁਸ਼ਪੀ ਹੈ, ਜਟਾਮਾਨਸੀ ਹੈ, ਠੀਕ ਹੈ, ਹਾਰ ਸ਼ਿੰਗਾਰ ਹੈ। ਤਾਂ ਸਾਰੇ ਜਿਹੜੇ ਨੇ ਗਲੋ ਹੈ, ਮੇਥੀ ਹੈ। ਕਾੜੇ ਦੇ ਰੂਪ 'ਚ ਲੈਣਾ ਜਾਂ ਫਿਰ ਕਿਸੇ ਜਿਸ ਵੀ ਸ਼ਕਲ ਤੁਸੀਂ ਲੈ ਸਕਦੇ ਹੋ, ਕਾੜਿਆਂ ਦੀ ਸ਼ਕਲ 'ਚ ਲੈ ਲਓ, ਪੁੰਗਰਾ ਕੇ ਲੈ ਲਓ, ਮੇਥੀ ਤੋਂ ਪੁੰਗਰਾ ਕੇ, ਮੇਥੇ ਪੁੰਗਰਾ ਕੇ ਬੜੇ ਵਧੀਆ ਖਾਏ ਜਾਂਦੇ ਆ। ਪੁੰਗਰੇ ਮੇਥੇ ਕਿਸ ਉਹਦੇ 'ਚ ਕੰਮ ਆਉਂਦੇ ਮੇਥੇ, ਜਿਹੜੇ ਪੁੰਗਰੇ ਮੇਥੇ ਓਵਰਆਲ ਇਹਨਾਂ ਦੀ ਬਹੁਤ ਵਧੀਆ ਵੈਲਿਊ ਹੈ। ਐਂਟੀ ਵਾਇਰਲ ਵੀ ਨੇ, ਇਹ ਐਂਟੀ ਆਕਸੀਡੈਂਟਸ ਵੀ ਨੇ, ਇਮਿਊਨੋ ਬੂਸਟਰਸ ਵੀ ਨੇ, ਐਂਟੀ ਕੈਂਸਰ ਵੀ ਨੇ, ਐਂਟੀ ਇਨਫਲੇਮੇਟਰੀ ਵੀ ਨੇ। ਹਾਂ, ਜੋੜਾਂ ਵਾਸਤੇ ਤਾਂ ਮੇਥੀ ਸਾਡੀ ਨੋਡ ਹੀ ਹੈ ਨਰਵਸ ਸਿਸਟਮ 'ਚ ਵੀ। ਤਾਂ ਇਹ ਜਿਹੜਾ ਸੀ ਇਹਦਾ ਮੈਡੀਸਨਲ ਪਲਾਂਟਸ ਦਾ ਵਰਤਾਰਾ ਹੈ। ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼, ਫਿਜ਼ੀਕਲ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਫਿਜ਼ੀਕਲ ਐਕਸਰਸਾਈਜ਼ ਕਿਸੇ ਨਾ ਕਿਸੇ ਸ਼ਕਲ 'ਚ ਕਰਨੀ ਬਹੁਤ ਜ਼ਰੂਰੀ ਹੈ। ਢਾਂਚਾ ਸਾਡਾ ਠੀਕ ਹੋਊਗਾ ਤਾਂ ਹੀ ਅੰਦਰਲਾ ਠੀਕ ਰਹੂਗਾ। ਫਿਰ ਮਾਈਂਡ ਮੈਨੇਜਮੈਂਟ ਬਹੁਤ ਜ਼ਰੂਰੀ, ਹੈਪੀਨੈਸ ਇੰਡੈਕਸ, ਇਹ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ। ਅਸੀਂ ਖੁਸ਼ੀ ਨੂੰ ਭੁੱਲ ਜਾਂਦੇ ਹਾਂ। ਖੁਸ਼ ਰਹਿਣਾ ਬੇਹੱਦ ਜ਼ਰੂਰੀ ਹੈ। ਖੁਸ਼ ਜਿਹੜਾ ਇਨਸਾਨ ਹੈ ਉਹ ਬਹੁਤ ਘੱਟ ਬਿਮਾਰ ਹੁੰਦਾ। ਤੁਸੀਂ ਮਾੜਾ ਜਿਹਾ ਉਦਾਸ 'ਚ ਗਏ, ਡਿਪਰੈਸ਼ਨ 'ਚ ਗਏ, ਨਾਲ ਦੀ ਨਾਲ ਬਿਮਾਰ ਹੋ ਜਾਓਗੇ। ਡਰ ਗਏ, ਉਦਾਸੀ ਚਲੇ ਗਏ, ਈਰਖਾ ਚਲੇ ਗਏ, ਜਿਹੜੀ ਨੈਗੇਟਿਵ ਭਾਵਨਾਵਾਂ ਨੇ ਜਿਹੜੀਆਂ ਤੁਹਾਡੀਆਂ ਉਹਨੂੰ ਬਿਮਾਰ ਕਰਦੀਆਂ ਨੇ। ਪੋਜ਼ੀਟਿਵ ਭਾਵਨਾਵਾਂ 'ਤੇ ਜਿਹੜੇ ਹੈਪੀਨੈਸ ਹੈ, ਲਵ ਰਿਲੇਸ਼ਨਸ਼ਿਪ 'ਚ ਰਹਿਣਾ, ਤਾਂ ਇਹ ਬਹੁਤ ਤੰਦਰੁਸਤ ਕਰਦਾ ਹੈ। ਅਤੇ ਲਾਸਟ ਲਵ ਰਿਲੇਸ਼ਨਸ਼ਿਪ ਹੁੰਦਾ ਉਹ ਪਰਮਾਤਮਾ ਨਾਲ, ਕਿ ਪਰਮਾਤਮਾ ਨਾਲ, ਕੁਦਰਤ ਨਾਲ ਜੁੜ ਕੇ ਰਹਿਣਾ। ਕੁਦਰਤ ਨਾਲ ਜੁੜ ਕੇ ਰਹਿਣਾ, ਹਵਾ ਨੂੰ ਇੰਜੋਏ ਕਰੋ, ਪਾਣੀ ਨੂੰ ਇੰਜੋਏ ਕਰੋ, ਪਾਣੀ ਦੇ ਸੋਰਸਿਸ ਕੋਲ ਜਾਓ, ਸਵਿਮਿੰਗ ਕਰੋ, ਬਾਹਰ ਆਊਟ ਜੰਗਲ 'ਚ ਜਾਓ, ਪਾਰਕ 'ਚ ਜਾਓ ਜਿੱਥੇ ਹਵਾ ਖੁੱਲ੍ਹੀ ਹੋਵੇ, ਜਿੱਥੇ ਪੰਛੀ ਬੋਲਦੇ ਹੋਣ, ਜਿੱਥੇ ਹੋਰ ਜੀਵ ਜੰਤੂ ਹੋਣ। ਤਾਂ ਕੁਦਰਤ ਨਾਲ ਜੁੜੋ। ਤਾਂ ਉਹ ਜਿਹੜਾ ਕੁਦਰਤ ਨਾਲ ਜੁੜਨਾ ਅਤੇ ਪਰਮਾਤਮਾ ਨਾਲ ਜੁੜਨਾ, ਉਹ ਆਪਣੇ ਆਪ 'ਚ ਹੀ ਬਹੁਤ ਸਕੂਨ ਦਿੰਦਾ। ਤਾਂ ਸਾਰੀਆਂ ਰਲ ਮਿਲ ਕੇ ਸਾਡੀ ਬਾਡੀ ਨੂੰ ਬੇਹੱਦ ਜਿਹੜਾ ਹੈ ਉਹ ਮਜ਼ਬੂਤ ਕਰ ਦਿੰਦੀਆਂ ਨੇ। ਔਰ ਕੋਈ ਵੀ ਇਨਫੈਕਸ਼ਨ ਸਾਡਾ ਕੁਛ ਨਹੀਂ ਵਿਗਾੜਦੀ। ਇਨਫੈਕਸ਼ਨ ਆਏਗੀ ਉਲਟਾ ਸਾਡੇ ਫਾਇਦੇ ਲਈ ਆਏਗੀ। ਇਸ ਕਰਕੇ ਜੇ ਆਪਾਂ ਕੁਦਰਤ ਪੱਖੀ ਹੋ ਜਾਵਾਂਗੇ ਅਤੇ ਕੁਦਰਤ ਦਾ ਜਿਹੜਾ ਵਿਰੋਧ ਹੈ, ਕੁਦਰਤ ਦੇ ਨਿਯਮਾਂ ਦਾ ਵਿਰੋਧ ਬੰਦ ਕਰ ਦਾਂਗੇ, ਤਾਂ ਕੋਈ ਇਹੋ ਜਿਹਾ ਰੀਜ਼ਨ ਨਹੀਂ ਹੈ ਕਿ ਅਸੀਂ ਤੰਦਰੁਸਤ ਨਹੀਂ ਹੋਵਾਂਗੇ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਜਿਹੜਾ ਹੈ, ਕੁਦਰਤ ਸਾਡੀ ਮਾਂ ਹੈ। ਮਾਂ ਦੀ ਗੋਦ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਹਮੇਸ਼ਾ ਹੀ ਬਚਾਉਂਦੀ ਹੈ, ਹਮੇਸ਼ਾ ਪਾਲਦੀ ਹੈ, ਤੁਹਾਡਾ ਜਿਹੜਾ ਪਾਲਣ ਪੋਸ਼ਣ ਕਰਦੀ ਹੈ। ਤਾਂ ਜੇ ਕੁਦਰਤ ਦੀ ਗੋਦ 'ਚ ਰਹਾਂਗੇ, ਆਪਾਂ ਪਰਮਾਤਮਾ ਦੀ ਗੋਦ 'ਚ ਰਹਾਂਗੇ, ਪਰਮਾਤਮਾ ਨਾਲ ਜੁੜ ਕੇ ਰਹਾਂਗੇ, ਤਾਂ ਕੋਈ ਰੀਜ਼ਨ ਨਹੀਂ ਕਿ ਅਸੀਂ ਉਮਰ ਪੂਰੀ ਕਰਨ ਤੋਂ ਪਹਿਲਾਂ ਕਿਸੇ ਬਿਮਾਰੀ ਦਾ ਇਹੋ ਜਿਹਾ ਸ਼ਿਕਾਰ ਹੋਈਏ ਕਿ ਅਸੀਂ ਮਰ ਜਾਈਏ। ਸੋ ਉਹੀ ਜ਼ਿਆਦਾ ਜ਼ਰੂਰੀ ਹੁੰਦਾ ਕਿ ਕੋਈ ਬਿਮਾਰੀ ਸਾਨੂੰ ਮਾਰ ਨਾ ਸਕੇ। ਬਿਮਾਰੀ ਛੋਟੀ ਮੋਟੀ ਆਵੇ ਜੀ ਆਇਆਂ ਨੂੰ, ਪਰ ਆ ਕੇ ਸਾਨੂੰ ਠੀਕ ਕਰਕੇ ਜਾਵੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਨਰਵਸ ਸਿਸਟਮ ਦੇ ਜਿਹੜੇ ਬਿਮਾਰੀਆਂ ਸੰਬੰਧੀ ਪੂਰੇ ਵਿਸਥਾਰ ਦੇ ਨਾਲ ਜਾਣਕਾਰੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਸ ਨੂੰ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਨਰਵਸ ਸਿਸਟਮ ਦੀਆਂ ਅਜਿਹੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਹੈ, ਹੱਲ ਦਿੱਤੇ ਨੇ ਉਹਨਾਂ ਦੇ, ਅਤੇ ਕੁਝ ਅਜਿਹਾ ਜਿਹੜਾ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਬਚਦਾ ਹੋਏਗਾ, ਜਿਹੜਾ ਕਿ ਨਰਵਸ ਸਿਸਟਮ ਦੀਆਂ ਬਿਮਾਰੀਆਂ ਨੂੰ ਡੂੰਘਾਈ ਨਾਲ ਸਮਝਣ ਦੇ ਵਿੱਚ ਸਾਡੀ ਮਦਦ ਨਾ ਕਰਦਾ ਹੋਵੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਲੋੜ ਹੈ ਅਜਿਹੀਆਂ ਜਾਣਕਾਰੀਆਂ ਦੀ ਘਰ ਘਰ ਪਹੁੰਚਾਉਣ ਦੀ, ਘਰ ਘਰ ਰੱਖਣ ਦੀ, ਤਾਂ ਕਿ ਇਹੋ ਜਿਹੀਆਂ ਜਾਣਕਾਰੀਆਂ ਜੇ ਘਰ ਘਰ ਹੋਣਗੀਆਂ ਤਾਂ ਹੀ ਆਪਣਾ ਡਾਕਟਰ ਆਪ ਬਣਾਉਣ ਦੀ ਸਾਡੀ ਜਿਹੜੀ ਮੁਹਿੰਮ ਹੈ ਉਹ ਕਾਮਯਾਬ ਹੋਏਗੀ। ਅਤੇ ਜੇ ਅਜਿਹਾ ਹੁੰਦਾ ਤਾਂ
ਸਮਾਜ ਤੰਦਰੁਸਤ ਹੋਏਗਾ, ਸਮਾਜ ਤੰਦਰੁਸਤ ਹੋਏਗਾ, ਦੇਸ਼ ਦੇ ਵਿੱਚ ਮਦਦ ਮਿਲੇਗੀ ਅਤੇ ਇੱਕ ਖੁਸ਼ਹਾਲ ਜਿਹੜੀ ਜ਼ਿੰਦਗੀ ਜਿਉਣ ਦੇ ਵਿੱਚ ਸਾਰੇ ਜਿਹੜੇ ਨੇ ਉਹ ਕਾਮਯਾਬ ਰਹਿਣਗੇ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।